ਇਕ ਅਦੁੱਤੀ ਗੁਰੂ ਨਾਨਕ ਦੇਵਾ। ਓੰਕਾਰ ਅੰਗਦ ਅਦੇਵਾ। ਸਤਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜੁਨ ਗਤ ਬਾਨੀ। ਨਿਰਭਉ ਹਰਿ ਗੋਬਿੰਦ ਬਖਾਨੀ। ਨਿਰਵੈਰ ਸ੍ਰੀ ਗੁਰੂ ਹਰਿ ਰਾਏ। ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ। ਸੈਭੰ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਪਰਿਆਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ। ਮੂਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੁ। ਜੁਗ ਜੁਗ ਫੇਰ ਵਟਾਈਐ। ਗਿਆਨੀ ਬੁੱਝਹਿ ਤਾਹੇ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੁ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗੀ ਸਮਾਂ ਹੈ। ਅੰਮ੍ਰਿਤ ਵੇਲਾ ਹੈ। ਜਿੱਥੇ ਚਾਰੇ ਪਾਸੇ ਸ਼ਾਂਤੀ ਹੈ। ਆਤਮਿਕ ਸੁੱਖ ਆਤਮਿਕ ਆਨੰਦ ਪ੍ਰਾਪਤ ਹੋ ਰਿਹਾ ਹੈ। ਕੋਈ ਜੀਵ ਵੈਸੇ ਹੀ ਅੰਮ੍ਰਿਤ ਵੇਲੇ ਉੱਠ ਜਾਵੇ, ਕੁਦਰਤੀ ਸੁਤੇ ਸਿੱਧੀ ਬੜਾ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ। ਸਾਰੇ ਕਲਯੁਗੀ ਜੀਵ ਸੁੱਤੇ ਹੁੰਦੇ ਨੇ। ਕੋਈ ਵੈਸੇ ਹੀ ਉੱਠ ਜਾਵੇ, ਕਿਰਪਾ ਮਿਹਰਾਮਤ ਕਰ ਦੇਣ ਸਤਿਗੁਰੂ ਜੀ, ਬੜੀ ਮਨ ਨੂੰ ਸ਼ਾਂਤੀ ਆਉਂਦੀ ਹੈ ਕਿ ਇਹ ਵੇਲਾ ਕਿੰਨਾ ਸਫਲਾ ਹੈ। ਸਾਰੇ ਪਾਸੇ ਸ਼ਾਂਤੀ, ਕੋਈ ਰੌਲਾ ਰੱਪਾ ਨਹੀਂ ਸੰਸਾਰ ਦਾ। ਕਿਉਂਕਿ ਜਦੋਂ ਦਿਨ ਚੜ੍ਹ ਗਿਆ, ਪਸ਼ੂ ਪੰਛੀ ਵੀ ਜਾਗ ਪੈਂਦੇ ਨੇ, ਆਪਣੇ ਆਲ੍ਹਣਿਆਂ ਚੋਂ ਘਰਾਂ ਚੋਂ ਬਾਹਰ ਨਿਕਲਦੇ ਨੇ, ਗੁਫਾਵਾਂ ਚੋਂ।
ਕੋਈ ਸ਼ਿਕਾਰ ਕਰਨ ਲੱਗ ਜਾਂਦਾ ਹੈ, ਕੋਈ ਚਿੜੀਆ ਜਿਹੜੀ ਚੋਗਾ ਚੁਗਣ ਲੱਗ ਪੈਂਦੀ ਹੈ। ਇਸੇ ਪ੍ਰਕਾਰ ਜਿਹੜੇ ਕਲਯੁਗੀ ਜੀਵ ਹਨ, 84 ਲੱਖ ਜੂਨ ਦੇ ਰਾਜੇ ਮੰਨੇ ਨੇ ਮਨੁੱਖ, ਉਹ ਆਪਣੀਆਂ ਕਿਰਤ ਕਮਾਈਆਂ ਦੇ ਵਿੱਚ ਲੱਗ ਜਾਂਦੇ ਨੇ। ਕੋਈ ਧਰਮ ਦੀ ਕਮਾਈ ਕਰ ਲੈਂਦਾ ਹੈ, ਕੋਈ ਹੰਕਾਰ ਵਿਕਾਰ ਦੀ, ਚੋਰੀ ਠੱਗੀ ਯਾਰੀ ਦੀ ਕਮਾਈ ਕਰ ਲੈਂਦਾ। ਇਹ ਦਿਨ ਦਾ ਬਿਰਤਾਂਤ ਹੈ। ਪਰ ਜਿਹੜਾ ਅੰਮ੍ਰਿਤ ਵੇਲੇ ਉੱਠ ਗਿਆ ਨਾ, ਅੰਮ੍ਰਿਤ ਵੇਲੇ ਉੱਠ ਕੇ ਉਹਨੇ ਇਸ਼ਨਾਨ ਹੀ ਕਰ ਲਿਆ, ਉਹਦੀ ਬਾਬਤ ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪੁਰਾਤਨ ਗੁਰਸਿੱਖ ਬਚਨ ਕਰਿਆ ਕਰਦੇ ਸਨ, ਕਹਿੰਦੇ ਸਨ ਕਿ ਜਿਹਨੇ ਅੰਮ੍ਰਿਤਸਰ ਸਾਹਿਬ ਜੀ ਦਾ ਇਸ਼ਨਾਨ ਨਹੀਂ ਕੀਤਾ ਅਜੇ ਤੱਕ, ਉਹ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਦਾ ਧਿਆਨ ਧਰੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਕਹਿੰਦੇ ਇਸ਼ਨਾਨ ਕਰਦਾ ਹੈ ਅੰਮ੍ਰਿਤ ਵੇਲੇ, ਉਹ ਕਹਿੰਦੇ ਉਸ ਨੂੰ ਫਲ ਕੀ ਮਿਲਦਾ ਹੈ, ਰਾਮਦਾਸ ਸਰੋਵਰ ਨਹਾਤੇ। ਵੇਖ ਲਓ ਸੰਗਤ ਜੀ, ਗੁਰਸਿੱਖ ਰੋਜ਼ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਰੋਜ਼ ਹੀ ਸਤਿਗੁਰਾਂ ਅੱਗੇ ਅਰਦਾਸ ਕਰਦੇ ਹਨ ਖਾਲਸੇ ਪੰਥ ਦੇ ਜਿੰਨੇ ਵੀ ਗੁਰਮੁਖ ਪਿਆਰੇ ਹਨ। ਇਸ ਖਾਲਸੇ ਪੰਥ ਦੇ ਰਾਹ 'ਤੇ ਜਿਹੜੇ ਚੱਲੇ ਨੇ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਮੰਨਦੇ ਹਨ, ਉਹ ਰੋਜ਼ ਹੀ ਅਰਦਾਸ ਕਰਦੇ ਨੇ, ਸਤਿਗੁਰੂ ਜੀ ਗੁਰੂ ਰਾਮਦਾਸ ਜੀ ਦਾ ਦਰ, ਪਾਵਨ ਪਵਿੱਤਰ ਧਰਤੀ, ਅੰਮ੍ਰਿਤਸਰ ਸਿਮਰਤੀ ਦਾ ਘਰ ਜਿਹੜਾ ਹੈ, ਸਾਨੂੰ ਉਹਦੇ ਦਰਸ਼ਨ ਇਸ਼ਨਾਨ ਬਖਸ਼ੋ, ਕਿਰਪਾ ਮਿਹਰਾਮਤ ਕਰੋ ਜੀ। ਤੇ ਜਿੰਨੇ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਲਿਆ, ਉਹਨੂੰ ਫਲ ਹੀ ਇੰਨਾ ਵੱਡਾ ਸਤਿਗੁਰੂ ਜੀ ਦੇ ਦਿੰਦੇ ਨੇ। ਬੜਾ ਹੀ ਜ਼ਿਆਦਾ ਸਫਲਾ ਸਮਾਂ ਹੈ ਅੰਮ੍ਰਿਤ ਵੇਲਾ। ਪਰ ਇਹ ਹੁੰਦਾ ਨਸੀਬਾਂ ਵਾਲਿਆਂ ਨੂੰ ਹੀ, ਕਰਮਾਂ ਵਾਲਿਆਂ ਨੂੰ, ਉਹਨਾਂ ਦੇ ਭਾਗਾਂ 'ਚ ਹੁੰਦਾ ਹੈ। ਕੋਈ ਐਵੇਂ ਨਹੀਂ ਕਿ ਆਪਦੀ ਮਰਜ਼ੀ ਨਾਲ ਹੀ ਉੱਠ ਜਾਵੇ ਤੇ ਇਸ਼ਨਾਨ ਕਰ ਲਵੇ। ਜਦੋਂ ਜੀਵ ਪਹਿਲੋਂ ਸ਼ੁਰੂ ਕਰਦਾ ਨਾ ਅੰਮ੍ਰਿਤ ਵੇਲਾ ਉੱਠਣਾ, ਬੜੀਆਂ ਔਂਕੜਾਂ ਆਉਂਦੀਆਂ ਨੇ। ਕਦੀ ਪੱਖੇ ਦੀ ਹਵਾ ਹੀ ਇੰਨੀ ਤੇਜ਼ ਲੱਗਣ ਲੱਗ ਪੈਂਦੀ, ਕਹਿੰਦਾ ਹੁਣ ਮੈਂ ਠੀਕ ਜਿਹਾ ਨਹੀਂ, ਸਿਹਤ ਠੀਕ ਨਹੀਂ, ਜੇ ਉੱਠ ਪਿਆ ਤੇ ਬਿਮਾਰ ਹੋ ਜਾਵਾਂਗਾ। ਕਈ ਵਾਰੀ ਤੇ ਜਾਗ ਹੀ ਨਹੀਂ ਆਉਂਦੀ। ਪਰ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਵਚਨ ਹੈ ਕਿ ਗੁਰਸਿੱਖ ਸੋਹਿਲਾ ਸਾਹਿਬ ਦੀ ਗੁਰਬਾਣੀ ਦਾ ਰਾਤ ਨੂੰ ਜਾਪ ਕਰਕੇ ਸੋਵੇਂ, ਅਰਦਾਸ ਕਰੇ, ਸਤਿਗੁਰੂ ਜੀ ਰਾਤਰੀ ਸੁੱਖਾਂ ਦੀ ਬਤੀਤ ਕਰਨੀ, ਭਾਣੇ ਅੰਦਰ ਰਹਾ ਕੇ ਬਤੀਤ ਕਰਨੀ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਨਿਤਨੇਮ ਬੰਦਗੀ ਭਜਨ ਬਖਸ਼ਣਾ, ਆਪਣੇ ਦਰਸ਼ਨ ਦਿਦਾਰੇ ਬਖਸ਼ਣੇ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ, ਮੇਰਾ ਗੁਰਸਿੱਖ ਇਸ ਪ੍ਰਕਾਰ ਅਰਦਾਸ ਕਰ ਦੇਵੇ ਨਾ ਤੇ ਸੁਤੇ ਸਿੱਧੀ ਕਹਿੰਦੇ ਨੇ ਕਿ ਸ਼ਹੀਦ ਸਿੰਘ ਠਾਉਣ ਆ ਜਾਂਦੇ ਨੇ। ਆਪਣੇ ਆਪ ਹੀ ਮੂੰਹ ਤੋਂ ਕੰਬਲ ਲੱਥਦਾ ਹੈ, ਆਪਣੇ ਆਪ ਹੀ ਮੂੰਹ ਤੋਂ ਚਾਦਰਾਂ ਲੱਥਦੀਆਂ ਨੇ। ਉੱਠ ਗੁਰਸਿੱਖਾ, ਅੰਮ੍ਰਿਤ ਵੇਲਾ ਹੋ ਗਿਆ। ਇਹ ਜਿਨ੍ਹਾਂ ਤੇ ਭਾਈ ਕਿਰਪਾ ਹੋਈ, ਨਿਸ਼ਾਨੀਆਂ ਨੇ ਉਹਨਾਂ ਦੀਆਂ। ਕਦੀ ਅੰਮ੍ਰਿਤ ਵੇਲਾ ਨਹੀਂ ਛੱਡਦੇ ਆਪਦਾ, ਉਹ ਮਰਦੇ ਮਰ ਜਾਣਗੇ ਪਰ ਅੰਮ੍ਰਿਤ ਵੇਲਾ ਨਹੀਂ ਛੱਡਦੇ। ਆਨੰਦਪੁਰ ਸਾਹਿਬ ਜੀ ਦਾ ਵਿਛੋੜਾ ਪਿਆ ਸਰਸਾ ਨਦੀ ਦੇ ਕੰਢੇ ਤੇ ਗੁਰਸਿੱਖਾਂ ਦਾ, ਪਰ ਸਤਿਗੁਰਾਂ ਨੇ ਸ੍ਰੀ ਆਸਾ ਜੀ ਕੀ ਵਾਰ ਕਾ ਨਿਤਨੇਮ ਨਹੀਂ ਛੱਡਿਆ। ਕਹਿੰਦੇ ਗੁਰਸਿੱਖੋ, ਸ਼ਹੀਦੀਆਂ ਜਿੰਨੀਆਂ ਮਰਜ਼ੀ ਹੋ ਜਾਣ, ਪਰ ਇਹ ਜਿਹੜਾ ਸਮਾਂ ਹੈ ਸਫਲਾ ਹੈ। ਇਹ ਸਮਾਂ ਹੰਡਾਉਣਾ ਚਾਹੀਦਾ, ਫਾਲਤੂ ਨਹੀਂ ਗਵਾਉਣਾ ਚਾਹੀਦਾ। ਸ਼ਹੀਦੀਆਂ ਜਿਹੜੀਆਂ ਹੁੰਦੀਆਂ ਨੇ ਹੋਈ ਜਾਣ ਦਾ, ਉਹ ਸਾਰੇ ਪਰਲੋਕ ਨੂੰ ਜਾਣਗੇ, ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਪਰ ਨਿਤਨੇਮ ਨਹੀਂ ਗੁਰਸਿੱਖੋ ਛੱਡਣਾ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਨਿਤਨੇਮ ਨਹੀਂ ਛੱਡਿਆ। ਸੰਗਤ ਜੀ, ਇਹ ਅੰਮ੍ਰਿਤ ਵੇਲੇ ਦੀ ਮਹਾਨਤਾ ਹੈ। ਜਿਹਨੇ ਅੰਮ੍ਰਿਤ ਵੇਲੇ ਨੂੰ ਸੰਭਾਲਿਆ, ਉਹਦੀ ਸਤਿਗੁਰਾਂ ਦੇ ਨਾਲ ਪ੍ਰੀਤੀ ਇੰਨੀ ਪੈ ਗਈ, ਮਰਨਾ ਕਬੂਲ ਹੈ ਪਰ ਵਿਛੋੜਾ ਨਹੀਂ ਕਬੂਲ। ਬੜੀ ਜ਼ਿਆਦਾ ਵਡਿਆਈ ਵੱਡੀ ਹੈ ਅੰਮ੍ਰਿਤ ਵੇਲੇ, ਕਹਿਣ ਕਥਨ ਤੋਂ ਪਰੇ। ਆਪ ਸੰਗਤ ਦੇ ਸਤਿਗੁਰਾਂ ਨੇ ਮਿਹਰ ਕੀਤੀ, ਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਾਡੇ ਸੜਦੇ ਬਲਦੇ ਸੀਨਿਆਂ ਨੂੰ ਠਾਰਿਆ। ਬੜੇ ਤਪੇ ਪਏ ਸਨ ਸੀਨੇ, ਹੰਕਾਰ ਵਿਕਾਰ ਦੇ ਵਿੱਚ, ਮੋਹ ਮਾਇਆ ਦੇ ਵਿੱਚ ਬੜੇ ਖਚਤ ਹੋਏ ਪਏ ਸੀ। ਸਮਾਂ ਬਖਸ਼ਿਆ ਸਤਿਗੁਰਾਂ ਨੇ, ਆਵਾਜ਼ ਮਾਰੀ, ਗੁਰਸਿੱਖਾ ਉੱਠ, ਅੰਮ੍ਰਿਤ ਵੇਲਾ ਹੋਇਆ ਹੈ, ਇਸ਼ਨਾਨ ਦਾਨ ਕਰ, ਗੁਰੂ ਦੇ ਦਰਸ਼ਨ ਪਰਸਨ ਕਰ।
ਤੇਰਾ ਆਵਾਗਮਨ ਸਫਲ ਹੋਵੇ, ਸੰਸਾਰ ਤੇ ਆਉਣਾ ਕਿਤੇ ਵਿਅਰਥ ਨਾ ਹੋ ਜਾਵੇ। ਸਤਿਗੁਰਾਂ ਨੇ ਕਿਰਪਾ ਕੀਤੀ, ਆਪਣੇ ਦਰਸ਼ਨ ਦਿਦਾਰੇ ਬਖਸ਼ੇ ਹਨ। ਆਓ ਸਾਰੇ ਰਲ ਮਿਲ ਕੇ ਮਨੋਂ ਬਿਰਤੀਆਂ ਨੂੰ ਇਕਾਗਰ ਕਰਕੇ ਜੋ ਲੜੀਵਾਰ ਸ੍ਰੀ ਆਸਾ ਜੀ ਕੀ ਵਾਰ ਕੀ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਬੜੇ ਪ੍ਰੇਮ ਪਿਆਰ ਦੇ ਨਾਲ ਭਿੱਜ ਕੇ, ਭਾਵ ਭਾਵਨੀ ਦੇ ਨਾਲ, ਸਾਰੇ ਸਤਿਕਾਰ ਦੇ ਨਾਲ ਗੁਰੂ ਨਾਨਕ ਸਰੂਪ ਦਾ ਧਿਆਨ ਧਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਪ੍ਰੇਮ ਸਤਿਕਾਰ ਦੇ ਵਿੱਚ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਸਵਰੂਪ ਅਕਾਲ ਪੁਰਖ ਸਵਰੂਪ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰਬਾਣੀ ਵਰਣਨ ਕਰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵਿੱਚ ਅਤੇ ਜਿਹੜੇ ਪਾਰ ਬ੍ਰਹਮ ਅਕਾਲ ਪੁਰਖ ਜੀ ਹਨ, ਉਹਨਾਂ ਦੇ ਵਿੱਚ ਕੋਈ ਭੇਦ ਨਹੀਂ, ਹਰੰਚਕ ਜਿੰਨਾ ਵੀ ਭੇਦ ਨਹੀਂ, ਥੋੜੇ ਤੋਂ ਥੋੜਾ ਭੇਦ ਨਹੀਂ ਮੰਨਿਆ ਜਾ ਸਕਦਾ, ਇਕਮਿਕ ਸਵਰੂਪ ਹਨ। ਇਸੇ ਬਾਬਤ ਗੁਰਬਾਣੀ ਪ੍ਰਮਾਣ ਕਰਦੀ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਸਤਿਗੁਰੂ ਜੀ ਕਹਿੰਦੇ ਮੂਰਖ ਜੀਵਾਂ ਦੀ ਕੀ ਗੱਲ ਕਰਨੀ, ਇੱਥੇ ਦੇ ਬੜੇ ਵੱਡੇ ਤੋਂ ਵੱਡੇ ਅਪਰਾਧ ਕਰਨ ਵਾਲੇ ਤਰ ਗਏ, ਗਣਕਾ ਪਾਪਣ ਤਰ ਗਈ, ਜਿਨੇ ਸਾਰੀ ਉਮਰ ਹੀ ਵੇਸਵਾ ਬਣ ਕੇ ਜ਼ਿੰਦਗੀ ਬਤੀਤ ਕੀਤੀ। ਅਜਾਮਲ ਵਰਗੇ ਪਾਪੀ ਤਰ ਗਏ, ਜਿਨੇ ਵੇਸਵਾ ਦਾ ਸੰਗ ਕੀਤਾ, ਕੁਕਰਮ ਕੀਤੇ ਮਾੜੇ, ਜੀਵਾਂ ਨੂੰ ਕੋਹ ਕੇ ਮਾਰ ਮਾਰ ਕੇ ਖਾਂਦਾ ਰਿਹਾ। ਹਰਨਾਕਸ਼ ਵਰਗੇ ਸਤਿਗੁਰਾਂ ਨੇ ਪਾਪੀ ਤਾਰ ਦਿੱਤੇ, ਪ੍ਰਹਿਲਾਦ ਵਰਗਿਆਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ। ਐਸੇ ਹਨ ਦੀਨ ਦਿਆਲ ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਨਿਰੰਕਾਰ ਜੀ ਪਰਮਾਤਮਾ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰਬਾਣੀ ਦਾ ਵਚਨ ਹੈ, ਜਿਨੇ ਗੁਰੂ ਨਾਨਕ ਦਾ ਨਾਮ ਆਪਦੇ ਕੰਨਾਂ ਦੇ ਨਾਲ ਸੁਣ ਲਿਆ ਨਾ, ਬੜੇ ਪ੍ਰੇਮ ਦੇ ਨਾਲ ਹਿਰਦੇ 'ਚ ਵਸਾ ਲਿਆ, ਕਿ ਬੜੀ ਕਿਰਪਾ ਸਤਿਗੁਰਾਂ ਨੇ ਸਾਨੂੰ ਆਪਦੇ ਇਲਾਕੇ 'ਚ ਜਨਮ ਬਖਸ਼ਿਆ। ਪੰਜਾਬ ਦੀ ਧਰਤੀ ਦੇ ਉੱਤੇ ਇੰਨੀ ਪਵਿੱਤਰ ਧਰਤੀ, ਜਿਹਨੂੰ ਬਾਰ ਦੇਸ਼ ਮੰਨਿਆ ਜਾਂਦਾ ਹੈ। ਬਾਰ ਦੇਸ਼ ਕਹਿੰਦੇ ਨੇ ਜਿੱਥੇ ਸੋਕਾ ਨਾ ਪੈਂਦਾ ਹੋਵੇ, ਹਰਿਆਲੀ ਰਹਿੰਦੀ ਹੋਵੇ ਚਾਰੇ ਪਾਸੇ, ਪਾਣੀ ਦੀ ਕੋਈ ਤੋਟ ਨਾ ਹੋਵੇ, ਉਹਨੂੰ ਕਹਿੰਦੇ ਨੇ ਬਾਰ ਦੇਸ਼। ਸਭ ਤੋਂ ਅਮੀਰ ਦੇਸ਼ ਮੰਨਿਆ ਜਾਂਦਾ ਹੈ। ਅਸੀਂ ਤੇ ਧੰਨਵਾਦੀ ਹੋਣਾ ਚਾਹੁੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਇੰਨੀ ਨਸੀਬਾਂ ਵਾਲੀ ਧਰਤੀ ਤੇ ਸਾਨੂੰ ਜਨਮ ਬਖਸ਼ਿਆ। ਇਹ ਕਰਮਾਂ ਵਾਲੀ ਘੜੀ ਹੈ। ਇਸ ਕਰਕੇ ਪਹਿਲੇ ਸਰੂਪ ਜਿਹੜੇ ਆਪ ਹੀ ਨਾਰਾਇਣ ਸਰੂਪ ਹਨ, ਧੰਨ ਗੁਰੂ ਨਾਨਕ ਦੇਵ ਜੀ ਨਿਰੰਕਾਰ, ਸ੍ਰੀ ਆਸਾ ਜੀ ਕੀ ਵਾਰ ਕੇ ਅੰਦਰ 13ਵੀਂ ਪੌੜੀ ਦੇ ਅੰਦਰ 13ਵੇਂ ਸ਼ਲੋਕ ਦੇ ਅੰਦਰ ਫਰਮਾਨ ਬਖਸ਼ ਰਹੇ ਹਨ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾਹੋ। ਗੁਰਸਿੱਖ ਪ੍ਰੇਮ ਦੇ ਵਿੱਚ ਆ ਕੇ ਪੁੱਛਣ ਲੱਗੇ, ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਨੇ ਵਰਣਨ ਕੀਤਾ ਕਿ 4 ਯੁੱਗ ਨੇ, ਤੇ 4 ਯੁੱਗਾਂ ਦੇ ਵਿੱਚ ਦੱਸੋ ਕਿਰਪਾ ਕਰਕੇ ਕਿ ਜਿਹੜੇ ਮਨੁੱਖ ਨੇ ਬਦਲਦੇ ਵੀ ਕਿ ਉਹੀ ਵਾਰ-ਵਾਰ ਆਈ ਜਾਂਦੇ ਨੇ, ਇਹਨਾਂ ਦੇ ਸਰੀਰ ਬਦਲਦੇ ਨੇ, ਆਪ ਜੀ ਦੱਸੋ ਸਾਰੀ ਪ੍ਰਕਿਰਿਆ ਜਿਹੜੀ ਹੈ। ਸਤਿਗੁਰੂ ਜੀ ਕਿਰਪਾ ਮਿਹਰਾਮਤ ਕਰਦੇ ਹਨ। ਜੁਗ ਜੁਗ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਧੰਨ ਗੁਰੂ ਨਾਨਕ ਦੇਵ ਜੀ ਜਗਤ ਸੁਆਮੀ ਜੀ ਫਰਮਾਉਂਦੇ ਨੇ ਕਿ ਜਿਵੇਂ ਇੱਕ ਮਾਲਾ ਹੁੰਦੀ ਹੈ ਜਿਹੜੀ ਗੁਰਸਿੱਖ ਜਪਦੇ ਨੇ, ਜਿਹਨੂੰ ਜਪਣੀ ਵੀ ਕਹਿ ਦਿੰਦੇ ਨੇ, ਉਹਦੇ ਉੱਤੇ ਇੱਕ ਸੂਤਰ ਹੁੰਦਾ ਜਿਹਨੂੰ ਕਹਿੰਦੇ ਮੇਰੂ। ਉਹ ਸੂਤਰ ਜਿਹੜਾ ਸ਼੍ਰੋਮਣੀ ਮੰਨਿਆ ਜਾਂਦਾ। ਜੇ ਸੂਤਰ ਨਾ ਹੋਵੇ ਉਹ ਮਾਲਾ ਜਿਹੜੀ ਪੂਰੀ ਨਹੀਂ ਮੰਨੀ ਜਾਂਦੀ। ਉਹ ਮੇਰੂ ਹੁੰਦਾ, ਉਹਨੂੰ ਜਪਿਆ ਜਪਦੇ ਨਹੀਂ। ਜਪਦੇ ਨੇ ਜਿਹੜੇ ਗਾਂਹ ਮਣਕੇ ਨੇ, ਉਹ ਮੇਰੂ ਨੂੰ ਨਹੀਂ ਜਪਦੇ ਗੁਰਸਿੱਖ। ਜਿਨ੍ਹਾਂ ਨੇ ਨਾਮ ਜਪਿਆ, ਮਾਲਾ ਫੜੀ ਆਪਦੇ ਹੱਥ ਦੇ ਵਿੱਚ,
ਆਪਦਾ ਜਨਮ ਸਵਾਰਿਆ, ਉਹਨਾਂ ਨੂੰ ਕਿਤੇ ਪੁੱਛ ਕੇ ਵੇਖਿਓ ਮੇਰੂ ਨੂੰ ਜਪਦੇ ਕਿ ਨਹੀਂ। ਸਤਿਗੁਰੂ ਜੀ ਕਹਿੰਦੇ ਇਸੇ ਪ੍ਰਕਾਰ ਹੀ ਜਿੰਨੇ ਮਨੁੱਖਾ ਸਰੀਰ ਹਨ ਇਹ ਸਾਰੇ ਮਣਕਿਆਂ ਦੀ ਨਿਆਈ ਨੇ, ਤੇ ਅਕਾਲ ਪੁਰਖ ਵਾਹਿਗੁਰੂ ਜੀ ਉਹ ਮਾਲਾ ਦੇ ਜਿਹੜਾ ਮਣਕਾ ਮੰਨਿਆ ਜਾਂਦਾ ਸ਼੍ਰੋਮਣੀ, ਇਹਨੂੰ ਸੂਤਰ ਕਹਿ ਦਿੰਦੇ ਨੇ ਸਾਰੀਆਂ ਚੀਜ਼ਾਂ ਦਾ। ਜੋ ਨਾ ਹੋਵੇ ਤੇ ਮਾਲਾ ਨਹੀਂ ਸੰਪੂਰਨ। ਇਸੇ ਪ੍ਰਕਾਰ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਵੀ ਸਾਰਿਆਂ ਦੇ ਸੂਤਰ ਹਨ, ਮੁੱਢ ਹਨ ਸਾਰੇ ਜੀਵਾਂ ਦੇ। ਜਿੰਨੇ ਸਰੀਰ ਬਣੇ ਸਾਰਿਆਂ ਦੇ ਮੇਰੂ ਸ਼੍ਰੋਮਣੀ ਮੰਨੇ ਜਾਂਦੇ ਨੇ। ਇੱਕ ਰਥ ਵਾਹੋ, ਕਹਿੰਦੇ ਹਨ ਕਿ ਜਿਹੜਾ ਸਾਡਾ ਮਨੁੱਖਾ ਸਰੀਰ ਹੈ ਇਹ ਰਥ ਦੀ ਨਿਆਈ ਹੈ। ਰਥ ਕਹਿੰਦੇ ਨੇ ਚਾਰਾਂ ਪਹੀਆਂ ਵਾਲਾ, ਦੋਹਾਂ ਪਹੀਆਂ ਵਾਲਾ, ਜਿਹਦੇ ਗੋਲ ਛੱਤ ਹੁੰਦੀ ਉੱਤੇ, ਅੱਗੇ ਪਸ਼ੂ ਆਦਿਕ ਲੱਗਦੇ ਨੇ, ਘੋੜੇ ਲੱਗਦੇ ਨੇ, ਉਹਨੂੰ ਰਥ ਕਿਹਾ ਜਾਂਦਾ ਹੈ। ਇੱਕ ਰਥ ਵਾਹੋ, ਰਥਵਾਹੋ ਸੰਗਤ ਜੀ ਉਹਨੂੰ ਕਹਿੰਦੇ ਨੇ ਜਿਹੜਾ ਰਥ ਨੂੰ ਚਲਾਉਂਦਾ ਹੈ। ਜਿਵੇਂ ਗੱਡੀ ਦਾ ਡਰਾਈਵਰ ਹੁੰਦਾ ਇਸੇ ਪ੍ਰਕਾਰ ਹੀ ਰਥ ਦਾ ਵੀ ਭਾਈ ਡਰਾਈਵਰ ਹੁੰਦਾ ਹੈ। ਉਹ ਕੌਣ ਨੇ? ਜੇ ਰਥ ਸਰੀਰ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਜੀਵ ਆਤਮਾ ਹੈ ਨਾ, ਬੁੱਧੀ ਹੈ ਸਾਡੀ, ਇਹ ਰਥ ਨੂੰ ਚਲਾਉਣ ਵਾਲੀ ਹੈ। ਕਿਉਂਕਿ ਜਿੱਧਰ ਇਹ ਲੈ ਕੇ ਜਾਵੇਗੀ ਸਰੀਰ ਉਹੀ ਕੰਮ ਕਰੇਗਾ। ਮਨ ਤੋਂ ਫੁਰਨਾ ਉੱਠਿਆ, ਬੁੱਧੀ ਦੇ ਵਿੱਚ ਆਇਆ, ਸਾਡੇ ਦਿਮਾਗ ਦੇ ਅੰਦਰ ਫੁਰਨਾ ਉੱਠਿਆ ਮਨ ਤੋਂ ਕਿ ਆਹ ਕੰਮ ਇਸ ਪ੍ਰਕਾਰ ਹੋਣਾ ਚਾਹੀਦਾ ਹੈ। ਪਰ ਜਦੋਂ ਫੁਰਨਾ ਬੁੱਧੀ ਦੇ ਵਿੱਚ ਆਇਆ, ਬੁੱਧੀ ਦੇ ਜ਼ੋਰ ਦੇ ਨਾਲ ਇੰਦਰੀਆਂ ਦੇ ਜ਼ੋਰ ਪਿਆ, ਸਾਡੇ ਹੱਥ ਜਿਹੜੇ ਉਹ ਪ੍ਰਕਿਰਿਆ ਦੇ ਵਿੱਚ ਆਏ, ਕੰਮ ਕਰਨ ਲੱਗੇ। ਜਿਵੇਂ ਮਨ ਦੇ ਵਿੱਚ ਫੁਰਨਾ ਉੱਠਿਆ, ਬੁੱਧੀ ਦੇ ਬਲ ਦੇ ਨਾਲ, ਬੁੱਧੀ ਦੇ ਹੁਕਮ ਦੇ ਨਾਲ ਜਿਹੜਾ ਰਥ ਸਰੀਰ ਸੀ ਉਹਨੇ ਕੰਮ ਕੀਤਾ। ਜਿਵੇਂ ਡਰਾਈਵਰ ਜਿਹੜਾ ਹੈ ਭਾਵੇਂ ਸੱਜੇ ਮੋੜ ਲਵੇ ਭਾਵੇਂ ਖੱਬੇ, ਜਿੰਨੀ ਮਰਜ਼ੀ ਸਪੀਡ ਕਰ ਦੇਵੇ ਤੇ ਜਿੰਨੀ ਮਰਜ਼ੀ ਘੱਟ ਕਰ ਦੇਵੇ, ਭਾਵੇਂ ਤੇ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਨੇ ਉਹਨਾਂ ਨੂੰ ਡੋਬ ਦੇਵੇ ਪਾਣੀ ਦੇ ਵਿੱਚ, ਤੇ ਭਾਵੇਂ ਉਹਨੂੰ ਅੱਡੇ ਤੇ ਲਾਹ ਦੇਵੇ, ਇਹ ਡਰਾਈਵਰ ਦੀ ਮਰਜ਼ੀ। ਇਸੇ ਪ੍ਰਕਾਰ ਹੀ ਮਨ 'ਚੋਂ ਫੁਰਨਾ ਉੱਠਿਆ, ਭਾਵੇਂ ਸਹੀ ਭਾਵੇਂ ਗਲਤ, ਉਹ ਜਦੋਂ ਬੁੱਧੀ ਵੱਲ ਫੁਰਨਾ ਗਿਆ, ਬੁੱਧੀ ਦੇ ਬਲ ਦੇ ਨਾਲ ਉਹ ਫਿਰ ਜਿਹੜਾ ਰਥ ਸੀ ਉਹ ਜਿੱਧਰ ਗਿਆ, ਭਾਵੇਂ ਕਰਮ ਜੀਵ ਨੇ ਮਾੜਾ ਕੀਤਾ ਭਾਵੇਂ ਚੰਗਾ ਕੀਤਾ, ਉਹ ਫਿਰ ਜਿਹੜਾ ਹੈ ਰਥਵਾਹੋ ਦੇ ਜ਼ੋਰ ਦੇ ਨਾਲ ਰਥ ਨੇ ਸਾਰੀ ਪ੍ਰਕਿਰਿਆ ਕੀਤੀ। ਜੁਗ ਜੁਗ ਫੇਰ ਵਟਾਈ ਹੈ, ਗਿਆਨੀ ਬੁੱਝੈ ਤਾਹੇ। ਸਤਿਗੁਰੂ ਜੀ ਕਥਨ ਕਰਦੇ ਨੇ ਇਹ ਜੁਗਾਂ ਜੁਗੰਤਰਾਂ ਦੇ ਵਿੱਚ ਵਾਰ-ਵਾਰ ਵਟਾਏ ਜਾਂਦੇ ਨੇ ਸਰੀਰ। ਸਰੀਰ ਰੂਪੀ ਰਥ ਜਿਹੜੇ ਨੇ ਵੀ ਬਦਲਦੇ ਨੇ ਤੇ ਰਥਵਾਹ ਵੀ ਬਦਲੇ ਜਾਂਦੇ ਨੇ। ਰਥ ਨੂੰ ਚਲਾਉਣ ਵਾਲੇ ਵੀ ਬਦਲਦੇ ਨੇ ਤੇ ਸਰੀਰ ਵੀ ਬਦਲਦੇ ਨੇ। ਗਿਆਨੀ ਬੁੱਝੈ ਤਾਹੇ, ਇਹ ਜਿਹੜੀ ਗੁੰਝਲਦਾਰ ਜੀ ਗੱਲ ਹੈ ਨਾ, ਜਿਹੜੀ ਛੇਤੀ ਕੀਤਿਆਂ ਕਿਸੇ ਨੂੰ ਸਮਝ ਨਹੀਂ ਆਉਂਦੀ, ਇਹ ਮਨ ਮਨੁੱਖ ਤੇ ਮਨਮੁਖ ਨੂੰ ਗੱਲ ਸਮਝ ਆਉਂਦੀ ਨਹੀਂ, ਇਹ ਉਹਦੇ ਪੱਲੇ ਨਹੀਂ ਪੈਂਦੀ ਮਹਾਰਾਜ ਸਾਹਿਬ ਜੀ ਕੀ ਕਹਿੰਦੇ ਨੇ। ਗਿਆਨੀ ਬੁੱਝੈ ਤਾਹੇ, ਬੁੱਝਦੇ ਕੌਣ ਨੇ, ਇਹਦੇ ਜਾਣੂ ਕੌਣ ਹੁੰਦੇ ਨੇ ਗੁੰਝਲਦਾਰ ਗੱਲ ਦੇ? ਸਤਿਗੁਰੂ ਜੀ ਕਹਿੰਦੇ ਗਿਆਨੀ ਜਨ, ਜਿਨ੍ਹਾਂ ਨੂੰ ਗਿਆਨ ਹੋ ਗਿਆ। ਗਿਆਨ ਕਾਹਦਾ ਹੋਇਆ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਗਿਆਨ ਹੋ ਗਿਆ ਕਿ ਜਿਹੜੀ ਸਤਿਗੁਰਾਂ ਦੀ ਅੰਮ੍ਰਿਤ ਸਵਰੂਪ ਗੁਰਬਾਣੀ ਹੈ, ਇਹ ਸੱਚੀ ਅਕਾਲ ਪੁਰਖ ਦੀ ਧੁਰ ਕੀ ਬਾਣੀ ਹੈ। ਇਹਦੇ ਵਿੱਚ ਹੀ ਸਾਰਾ ਅੰਮ੍ਰਿਤ ਹੈ, ਗੁਰਬਾਣੀ ਦੇ ਵਿੱਚ ਹੀ। ਸਤਿਗੁਰੂ ਜੀ ਕਹਿੰਦੇ ਜਿਹੜੀ ਗੁੰਝਲਦਾਰ ਇੰਨੀ ਔਖੀ ਗੱਲ ਇਹ ਸਮਝਣੀ ਗਿਆਨੀਆਂ ਦੇ ਵੱਸ ਆਈ ਹੈ। ਸਤਿਜੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹੂ। ਹੁਣ ਸਤਿਗੁਰੂ ਜੀ 4 ਯੁੱਗਾਂ ਦਾ ਕਥਨ ਕਰਨਗੇ। ਮਹਾਰਾਜ ਸਾਹਿਬ ਫਰਮਾਉਂਦੇ ਨੇ ਸਤਿਜੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹੂ। ਰਥ ਪਹਿਲੋਂ ਵੀ ਬੇਨਤੀ ਕੀਤੀ ਕਿ ਰਥ ਜਿਹੜਾ ਹੈ ਸਰੀਰ ਨੂੰ ਕਿਹਾ ਜਾਂਦਾ ਹੈ। ਸਤਿਯੁਗ ਦੇ ਅੰਦਰ ਜਿਹੜੇ ਮਨੁੱਖਾਂ ਦੇ ਸਰੀਰ ਸਨ ਉਹ ਸਬਰ ਸੰਤੋਖ ਵਾਲੇ ਸੀ। ਬੜਾ ਸੰਤੋਖ ਸੀ ਉਹਨਾਂ ਦੇ ਅੰਦਰ, ਖਾਣਾ ਪੀਣਾ ਘੱਟ ਸੀ, ਪਹਿਰਾਵਾ ਵੀ ਸੰਤੋਖ ਦੇ ਨਾਲ। ਇਹ ਨਹੀਂ ਕਿ ਇੰਨੇ ਮਹਿੰਗੇ ਮਹਿੰਗੇ ਵਸਤਰ ਪਾਈ ਜਾਣੇ, ਪੁਰਾਣੇ ਚਾਈਤਰਾ ਹੰਡਾਏ ਨਹੀਂ ਤੇ ਨਵਿਆਂ ਵੱਲ ਦੌੜਨਾ। ਥੋੜ੍ਹਾ ਖਾਂਦੇ ਸਨ, ਸੰਤੋਖੀ ਜੀਵਨ ਸੀ। ਸੰਤੋਖ ਕਹਿੰਦੇ ਨੇ ਭਲੀ ਪ੍ਰਕਾਰ ਤੋਖ ਰੱਜ, ਸੰਗ ਭਲੀ ਪ੍ਰਕਾਰ ਤੋਖ ਰੱਜ। ਇਹ ਭਲੀ ਪ੍ਰਕਾਰ ਹੀ ਰੱਜੇ ਜਿਹੇ ਰਹਿੰਦੇ ਸਨ ਸਤਿਜੁਗੀ ਜੀਵ। ਧਰਮ ਅੱਗੇ ਰਥਵਾਹੋ,
ਤੇ ਜਿਹੜੀ ਇਹਨਾਂ ਦੀ ਬੁੱਧੀ ਸੀ ਉਹ ਕਹਿੰਦੇ ਸਨ ਕਿ ਧਰਮੀ ਸੀ। ਬੁੱਧੀ ਧਰਮੀ ਹੋਣ ਦੇ ਨਾਲ ਇਹਨਾਂ ਦਾ ਸੰਤੋਖੀ ਜੀਵਨ ਨਿਭਦਾ ਸੀ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾਹੂ। ਜਦੋਂ ਦੂਸਰਾ ਯੁੱਗ ਆਇਆ ਤ੍ਰੇਤਾ ਯੁੱਗ, ਉਹਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਸਰੀਰ ਸਨ ਜਤ ਸਤ ਵਾਲੇ ਹੋ ਗਏ, ਜਤ ਸਤ ਕਾਇਮ ਹੋ ਗਿਆ ਇਹਨਾਂ ਦੇ ਵਿੱਚ। ਜਿਵੇਂ ਗੁਰਮਤਿ ਦੇ ਅਨੁਸਾਰ ਕਹਿੰਦੇ ਨੇ ਏਕਾ ਨਾਰੀ ਸਦਾ ਜਤੀ। ਗ੍ਰਸਤੀਆਂ ਨੂੰ ਜਤੀ ਆਖਿਆ ਹੈ ਗੁਰਮਤਿ ਦੇ ਵਿੱਚ, ਵੈਸੇ ਜਤੀ ਮੰਨੇ ਨੇ 6। ਹਨੂਮਾਨ ਹੋ ਗਿਆ, ਲక్ష్మణ ਜੀ ਹੋ ਗਏ, ਇਹ 6 ਜਤੀ ਮੰਨੇ ਨੇ। ਤ੍ਰੇਤੇ ਯੁੱਗ ਦੇ ਅੰਦਰ, ਦੂਸਰੇ ਯੁੱਗ ਦੇ ਅੰਦਰ ਜਤ ਦਾ ਜ਼ੋਰ ਪੈ ਗਿਆ ਤੇ ਜਿੰਨੇ ਰਥਵਾਹ ਸੀ, ਬੁੱਧੀ ਸੀ, ਇਹ ਬੜੀ ਜ਼ੋਰ ਵਾਲੀ ਹੋ ਗਈ। ਕਿਉਂਕਿ ਜਦੋਂ ਸਾਰੇ ਪੁਰਸ਼ੀ ਜਤੀ ਹੋ ਗਏ, ਉਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਬੁੱਧੀ ਹੈ ਇਹ ਜਤ ਦੇ ਜ਼ੋਰ ਦੇ ਨਾਲ ਬੜੀ ਬਲ ਵਾਲੀ ਹੋ ਗਈ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਹੂ। ਜਦੋਂ ਤੀਸਰਾ ਯੁੱਗ ਆਇਆ ਦੁਆਪਰ, ਇਹ ਸਤਿਗੁਰੂ ਜੀ ਫਰਮਾਉਂਦੇ ਨੇ ਇਹਦੇ ਵਿੱਚ ਜਪ ਤਪ ਵੱਧ ਗਿਆ, ਬੜਾ ਜ਼ਿਆਦਾ ਜਪ ਤਪ ਕੀਤਾ ਜੀਵਾਂ ਨੇ ਇਹਦੇ ਵਿੱਚ। ਸਤ ਅੱਗੇ ਰਥਵਾਹੂ, ਜਿਹੜੀ ਬੁੱਧੀ ਸੀ ਉਹ ਸੱਚ ਵਾਲੀ ਹੋ ਗਈ। ਹਰੇਕ ਥਾਂ ਤੇ ਉਹਨਾਂ ਨੂੰ ਸੱਚ ਪ੍ਰਤੀਤ ਹੋਣ ਲੱਗ ਪਿਆ ਕਿ ਉਹ ਸਤ ਚਿਤ ਆਨੰਦ ਸਰੂਪ ਦਾ ਹੀ ਸਾਰਾ ਕੁਝ ਕੀਤਾ ਪਸਾਰਾ ਹੈ। ਜਿਨ੍ਹਾਂ ਨੇ ਜਪ ਤਪ ਇੰਨਾ ਕਰ ਲਿਆ ਉਹਨਾਂ ਦੀ ਬੁੱਧੀ ਸੱਚ ਵਾਲੀ ਹੋ ਗਈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੂ। ਜਿਹੜਾ ਹੁਣ ਇਸ ਸਮੇਂ ਯੁੱਗ ਚੱਲਦਾ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਇਹ ਕਲ ਯੁੱਗ ਹੈ। ਕਲ ਯੁੱਗ ਦੇ ਜੇ ਵਿੱਚ ਜਿਹੜੇ ਸਰੀਰ ਹਨ ਇਹ ਅਗਨੀ ਦੇ ਨੇ। ਅਗਨੀ ਦੇ ਕਿਵੇਂ ਕਿ 5 ਵਿਕਾਰਾਂ ਦੀ ਅੱਗ ਲੱਗੀ ਇਹਨਾਂ ਨੂੰ, ਤ੍ਰਿਸ਼ਨਾ ਦੀ ਅੱਗ ਲੱਗੀ। ਜਿਵੇਂ ਧਰਤੀ ਮੰਡਲ ਦੇ ਉੱਤੇ ਅੱਗਾਂ ਮੰਨੀਆਂ ਜਾਂਦੀਆਂ ਨੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਕਹਿੰਦੇ ਨੇ ਜਦੋਂ ਜੰਗਲ ਦੀ ਅੱਗ ਲੱਗਦੀ ਹੈ ਨਾ, ਉਦੋਂ ਫਿਰ ਕੋਈ ਹਰਿਆ ਬੂਟਾ ਨਹੀਂ ਛੱਡਦੀ, ਸਾਰੇ ਸੁਆਹ ਕਰ ਦਿੰਦੀ ਹੈ। ਜਦੋਂ ਸਮੁੰਦਰ ਦੇ ਵਿੱਚ ਅਗਨੀ ਬਲਦੀ ਹੈ, ਬੜਵਾਨ ਲੱਗਣੀ ਜਿਹਨੂੰ ਕਹਿੰਦੇ ਨੇ, ਵੇਖ ਲਓ ਸੰਗਤ ਜੀ, ਪਾਣੀ ਦੇ ਵਿੱਚ ਅੱਗ ਬਲਦੀ ਹੈ। ਸਮੁੰਦਰ ਦਾ ਜਿਹੜਾ ਪਾਣੀ ਹੈ, ਜੇ ਇਹਨੂੰ ਉਹ ਸਾੜੇ ਨਾ ਤੇ ਸਮੁੰਦਰ ਦੇ ਜਿਹੜਾ ਪਾਣੀ ਹੈ ਉਹ ਸਮੁੰਦਰ ਦੀ ਸੀਮਾ ਪਾਰ ਕਰਕੇ ਧਰਤੀ 'ਤੇ ਆ ਜਾਵੇਗਾ। ਧਰਤੀ ਦੇ ਅੱਗੇ 70% ਪਾਣੀ ਹੈ, ਧਰਤੀ 'ਤੇ ਥੋੜ੍ਹੀ ਜਿਹੀ ਮੰਨੀ ਹੈ। ਇਸ ਪ੍ਰਕਾਰ ਜਿਹੜੀ ਉਹ ਬੜਵਾਨਣ ਅਗਨ ਹੈ ਉਹ ਸਮੁੰਦਰ ਦੇ ਵਿੱਚ ਪ੍ਰਗਟ ਹੋ ਕੇ ਸਮੁੰਦਰ ਦੇ ਪਾਣੀ ਨੂੰ ਸਾੜਦੀ ਹੈ। ਪੜ੍ਹਿਆਂ ਲਿਖਿਆਂ ਦਾ ਯੁੱਗ ਆ ਗਿਆ ਹੁਣ, ਤੇ ਡਿਸਕਵਰੀ ਚੈਨਲ ਦੇ ਉੱਤੇ ਵੀ ਇਹ ਵਿਖਾ ਦਿੰਦੇ ਨੇ ਸਾਰਾ ਵਰਤਾਰਾ, ਪਰ ਸਤਿਗੁਰਾਂ ਨੇ ਬੜੀ ਕਿਰਤੀ ਪ੍ਰਕਿਰਿਆ ਦੱਸੀ ਹੈ। ਇੱਕ ਜਿਹੜੀ ਅੱਗ ਹੈ ਆਪਾਂ ਘਰਾਂ 'ਚ ਬਾਲਦੇ ਹਾਂ, ਮਾਈਆਂ ਉੱਤੇ ਪ੍ਰਸ਼ਾਦੇ ਅੰਨ ਪਾਣੀ ਛਕਾਉਂਦੀਆਂ ਹਨ, ਬਣਾਉਂਦੀਆਂ ਹਨ। ਇਸ ਪ੍ਰਕਾਰ ਇਹ ਅੱਗਾਂ ਮੰਨੀਆਂ ਨੇ ਬਾਹਰ ਡੂਕੀ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਕਲਯੁਗੀ ਸਰੀਰਾਂ ਨੂੰ ਅੱਗ ਲੱਗੀ ਹੈ ਕਾਮ ਕ੍ਰੋਧ ਦੀ ਵਿਸ਼ੇ ਵਿਕਾਰਾਂ ਦੀ, ਕੂੜ ਅੱਗੇ ਰਥਵਾਹੂ। ਇੱਕ ਤੇ ਸਰੀਰ ਵੀ ਅਗਨੀ ਵਾਲੇ ਇੰਨੇ ਕਾਮ ਵਾਸਨਾ ਦੇ ਅਧੀਨ ਕਿ ਆਪਦੇ ਗੁਰੂ ਨੂੰ ਚੇਤੇ ਨਹੀਂ ਕਰਦੇ, ਇੰਨੇ ਹੰਕਾਰੀ ਹੋ ਗਏ, ਗੁਰੂ ਨੂੰ ਨੀਵਾਂ ਸਮਝ ਲਿਆ, ਆਪਣੇ ਆਪ ਨੂੰ ਉੱਚਾ ਸਮਝ ਲਿਆ। ਸਤਿਗੁਰੂ ਜੀ ਕਹਿੰਦੇ ਕਲਯੁਗੀ ਮਨਮੁਖਾਂ ਦੇ ਲੱਛਣ ਹਨ, ਕੂੜ ਅੱਗੇ ਰਥਵਾਹੂ। ਤੇ ਇਹਨਾਂ ਨੂੰ ਚਲਾਉਣ ਵਾਲਾ ਕਿਹੜਾ ਹੈ? ਝੂਠ। ਜਿਹੜੀ ਬੁੱਧੀ ਉਹ ਝੂਠੀ ਹੋ ਗਈ, ਝੂਠ ਸਾਰਾ ਕੁਝ ਕਰਾਉਂਦਾ ਹੈ। ਕਿਉਂਕਿ ਜੇ ਝੂਠ ਬੋਲਾਂਗੇ ਫਿਰ ਆਦਤ ਪੈ ਜਾਵੇਗੀ। ਜੇ ਕਹਿੰਦੇ ਨੇ ਇੱਕ ਚੁੱਪ ਤੇ 100 ਸੁੱਖ, ਜੇ ਇੱਕ ਚੁੱਪ ਕਰਨ ਦੇ ਨਾਲ, ਇੱਕ ਚੁੱਪੀ ਧਾਰਨ ਕਰਨ ਦੇ ਨਾਲ, ਤੂਛਣਤਾਈ ਧਾਰਨ ਕਰਨ ਦੇ ਨਾਲ 100 ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਜੇ ਝੂਠ ਬੋਲਾਂਗੇ ਤੇ ਫਿਰ 100 ਝੂਠ ਵੀ ਹੋਰ ਬੋਲਣਾ ਪਵੇਗਾ। ਇੱਕ ਝੂਠ ਬੋਲਿਆ ਤੇ 100 ਝੂਠ ਹੋਰ ਬੋਲਣੇ ਪੈਂਦੇ ਨਾਲ, ਕਿਉਂਕਿ ਝੂਠ ਕਿਹੜਾ ਸੱਚਾ ਹੁੰਦਾ? ਸੱਚੇ ਨੂੰ ਡਰ ਨਹੀਂ ਕਿਸੇ ਦਾ, ਪਰ ਜਿਹੜਾ ਝੂਠ ਬੋਲੇਗਾ ਉਹਨੂੰ ਫਿਰ ਝੂਠ ਛੁਪਾਉਣ ਵਾਸਤੇ ਫਿਰ ਝੂਠ ਬੋਲਣਾ ਪਵੇਗਾ। ਇਸੇ ਪ੍ਰਕਾਰ ਜਦੋਂ ਝੂਠ ਬੋਲਿਆ ਫਿਰ ਝੂਠ ਕਿਹੜਾ ਹੈ? ਇਹ ਬੁੱਧੀ ਝੂਠੀ ਹੋ ਗਈ ਕਲਯੁਗ ਦੇ ਵਿੱਚ। ਤੇ ਜਿਹੜੇ ਕਾਮ ਕ੍ਰੋਧ ਵਿਸ਼ੇ ਵਿਕਾਰਾਂ ਦੇ ਸਰੀਰ ਸਨ ਇਹ ਉਹਨਾਂ ਦੀ ਅਗਨੀ ਦੇ ਨਾਲ ਸੜ ਰਹੇ ਹਨ। ਮਹੱਲਾ ਪਹਿਲਾ। ਸਾਮ ਕਹੈ ਸਿਤੰਬਰ ਸੁਆਮੀ, ਸੱਚ ਮਹਿ ਆਛੈ ਸਾਚ ਰਹੇ।
ਬ੍ਰਹਮਾ ਵੱਲੋਂ 4 ਵੇਦ ਰਚੇ ਗਏ, 4 ਵੇਦ। ਹੁਣ ਸਤਿਗੁਰੂ ਜੀ ਉਹਨਾਂ ਦਾ ਕਥਨ ਕਰਦੇ ਨੇ, ਸਾਮ ਕਹੈ ਸੇਤੰਬਰ ਸੁਆਮੀ, ਸੱਚ ਮਹਿ ਆਛੈ ਸਾਚ ਰਹੇ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਸਤਿਯੁਗ ਆਇਆ ਨਾ, ਸਤਿਯੁਗ ਦੇ ਅੰਦਰ ਸਾਮ ਵੇਦ ਪ੍ਰਸਿੱਧ ਹੋਇਆ। ਇਹ 4 ਵੇਦ ਨੇ। ਸਾਮ ਵੇਦ ਹੈ, ਰਿਗ ਵੇਦ, ਜੁਜਰ, ਅਥਰਵਣ। ਇਹ 4 ਵੇਦ ਮੰਨੇ ਨੇ ਬ੍ਰਹਮਾ ਵੱਲੋਂ ਰਚਿਤ। ਸਤਿਗੁਰੂ ਜੀ ਕਹਿੰਦੇ ਜਦੋਂ ਸਤਿਯੁਗ ਸੀ ਉਦੋਂ ਸਾਮ ਵੇਦ ਜਿਹੜਾ ਉਹ ਬੜਾ ਪ੍ਰਬਲ ਜ਼ਿਆਦਾ ਸੀ। ਇਹਦੇ ਵਿੱਚ ਬਾਹਮਣਾਂ ਦਾ ਰਾਜ ਸੀ। ਉਹ ਮੰਨਦੇ ਸਨ ਸਾਮ ਵੇਦ ਦੇ ਅਨੁਸਾਰ ਸੇਤੰਬਰ ਸੁਆਮੀ, ਅਕਾਲ ਪੁਰਖ ਨੂੰ ਚਿੱਟੇ ਕੱਪੜਿਆਂ ਵਾਲਾ ਮੰਨਦੇ ਸਨ। ਸਤਿਯੁਗੀ ਜੀਵ ਜਿਹੜੇ ਸਨ ਸਾਮ ਵੇਦ ਦੇ ਅਨੁਸਾਰ ਮੰਨਦੇ ਸਨ ਕਿ ਸਾਮ ਵੇਦ ਦੇ ਵਿੱਚ ਇਸ ਪ੍ਰਕਾਰ ਆਉਂਦਾ ਹੈ ਕਿ ਸਤਿਯੁਗ ਦੇ ਵਿੱਚ ਹੰਸਾ ਅਵਤਾਰ ਸੀ, ਵਾਹਿਗੁਰੂ ਦਾ ਅਵਤਾਰ ਹੈ। 24 ਅਵਤਾਰਾਂ ਦੇ ਵਿੱਚ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਇਸ ਹੰਸਾ ਅਵਤਾਰ ਦਾ ਵਰਣਨ ਲਿਖਿਆ ਹੈ। ਜੇ ਕਿਤੇ ਸਮਾਂ ਮਿਲਿਆ ਤੇ ਭਾਈ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਓ, ਕਿਤੇ ਗਿਆਨ ਹੋ ਜਾਵੇਗਾ ਹੰਸਾ ਅਵਤਾਰ ਕੀ ਹੈ। ਤਾਂਹੀਓ ਤੇ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਨਾ ਵਖਿਆਨ ਕੀਤਾ ਗੁਰਬਾਣੀ ਦਾ, ਕਿਉਂਕਿ ਜੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਖਿਆਨ ਕਰਦੇ ਸਨ ਫਿਰ ਭਾਈ ਗੁਰਬਾਣੀ ਦੀ ਲੰਬਾਈ ਬਹੁਤ ਵੱਧਦੀ ਸੀ। ਨਾਲੇ ਬਾਣੀ ਧੁਰਤੀ ਹੈ, ਸੈਂਟਰਲ ਆਈਡੀਏ ਨੇ ਸਾਰੇ। ਇਹਨੂੰ ਵਿਚਾਰਨ ਦੇ ਵਾਸਤੇ ਵੇਦ ਵੀ ਪੜ੍ਹਨੇ ਪੈਣਗੇ, ਧਰਮ ਸ਼ਾਸਤਰ ਵੀ ਪੜ੍ਹਨੇ ਪੈਣਗੇ, ਅੰਜੀਰ, ਤੌਰੇਤ, ਜੰਬੂਰ, ਕੁਰਾਨ ਸਾਰੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਜੋ ਧਰਮ ਸ਼ਾਸਤਰ ਹਨ 17 27 ਸਿਮਰਤੀਆਂ ਹਨ, 18 ਪੁਰਾਣ ਹਨ, ਇਹ ਸਾਰਿਆਂ ਦਾ ਅਭਿਆਸ ਕਰਨਾ ਪਵੇਗਾ। ਫਿਰ ਕਿਤੇ ਜਾ ਕੇ ਪਤਾ ਲੱਗੇਗਾ ਕਿ ਸਾਮ ਵੇਦ ਕੀ ਹੈ, ਸਤੰਬਰ ਹੰਸਾ ਅਵਤਾਰ ਕੌਣ ਹੋਇਆ ਚਿੱਟੇ ਕੱਪੜਿਆਂ ਵਾਲਾ। ਇਹ ਸਾਰਾ ਦੂਸਰੇ ਗ੍ਰੰਥਾਂ ਦਾ ਅਧਿਐਨ ਕਰਕੇ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਆਵਾਜ਼ਾਂ ਦੇ ਰਹੇ ਨੇ। ਇਸੇ ਪ੍ਰਾਪਤ ਰਹੋ ਵਿਚਾਰ ਤੇ ਆਈਏ ਕਿ ਸਤਿਗੁਰੂ ਜੀ ਫਰਮਾਉਂਦੇ ਨੇ ਸਤਿਯੁਗ ਦੇ ਅੰਦਰ ਸਾਮ ਵੇਦ ਪ੍ਰਸਿੱਧ ਹੈ। ਇਹਦੇ ਵਿੱਚ ਹੰਸਾ ਅਵਤਾਰ ਜਿਹੜਾ ਇਹ ਮੰਨਿਆ ਹੈ। ਸੱਚ ਮਹਿ ਆਛੈ ਸਾਚ ਰਹੇ। ਇਹਦੇ ਵਿੱਚ ਜਿਹੜੇ ਜੀਵ ਹਨ ਉਹ ਸੱਚ ਦੇ ਆਛੇ ਤੇ ਚੱਲਦੇ ਨੇ, ਭਾਵ ਕਿ ਸੱਚੀ ਬੋਲੀ ਬੋਲਦੇ ਨੇ। ਕੋਈ ਕੂੜ ਦਾ ਝੂਠ ਦਾ ਬਸਾਰ ਨਹੀਂ ਮੰਨਦੇ। ਸਾਚ ਰਹੇ ਤੇ ਸੱਚੇ ਦੇ ਵਿੱਚ ਸਮਾਏ ਰਹਿੰਦੇ ਹਨ। ਸਭ ਕੋ ਸੱਚ ਸਮਾਵੈ। ਸਤਿਗੁਰੂ ਜੀ ਕਥਨ ਕਰਦੇ ਨੇ ਹਰੇਕ ਕੋਈ ਸੱਚ ਬੋਲ ਬੋਲ ਕੇ ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ। ਰਿਗ ਕਹਿ ਰਹਿਆ ਭਰਪੂਰ। ਹੁਣ ਦੂਸਰਾ ਯੁੱਗ ਜਿਹੜਾ ਹੈ ਤ੍ਰੇਤਾ। ਸਤਿਗੁਰੂ ਜੀ ਇਹਦਾ ਕਥਨ ਕਰਦੇ ਹਨ। ਕਈ ਤੇ ਦੁਆਪਰ ਮੰਨਦੇ ਨੇ, ਕਿਉਂਕਿ ਦੁਆਪਰ 2 ਪੈਰ ਰਹਿ ਗਏ, ਕਿਉਂਕਿ ਯੁੱਗ ਪਲਟਾਇਆ ਸੀ ਕਿਸੇ ਸਿੱਧ ਨੇ। ਤੇ ਇਸ ਪ੍ਰਕਾਰ ਕਈ ਦੁਆਪਰ ਨੂੰ ਪਹਿਲੋਂ ਮੰਨਦੇ ਨੇ, ਪਰ ਗੁਰਬਾਣੀ ਕਹਿੰਦੀ ਹੈ ਰਿਗ ਕਹਿ ਰਹਿਆ ਭਰਪੂਰ, ਕਿ ਜਦੋਂ ਦੂਸਰਾ ਯੁੱਗ ਆਇਆ ਨਾ ਤ੍ਰੇਤਾ, ਉਹਦੇ ਵਿੱਚ ਦੂਸਰਾ ਜਿਹੜਾ ਵੇਦ ਸੀ ਉਹ ਪ੍ਰਸਿੱਧ ਹੋਇਆ, ਜਿਹਦਾ ਨਾਮ ਸੀ ਰਿਗ ਵੇਦ। ਉਹਦੇ ਵਿੱਚ ਕਹਿੰਦੇ ਮੰਨਦੇ ਹਨ ਕਿ ਰੱਬ ਨੇ ਅਕਾਲ ਪੁਰਖ ਦੇ ਲਾਲ ਰੰਗ ਹਨ, ਲਾਲ ਰੰਗ ਪਹਿਨਿਆ ਸੀ ਅਕਾਲ ਪੁਰਖ ਰਹਿਆ ਭਰਪੂਰ। ਦੂਸਰੇ ਯੁੱਗ ਦੇ ਅੰਦਰ, ਤ੍ਰੇਤੇ ਯੁੱਗ ਦੇ ਅੰਦਰ ਰਿਗ ਵੇਦ ਦੇ ਵਿੱਚ ਬਚਨ ਆਉਂਦਾ ਹੈ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਸਾਰੀਆਂ ਥਾਵਾਂ ਤੇ ਹੀ ਭਰਪੂਰ ਹੈ। ਜਿਵੇਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ, ਭਰਪੂਰ ਕਹਿੰਦੇ ਨੇ ਜਿਵੇਂ ਕੋਈ ਭਾਂਡਾ ਹੋਵੇ, ਭਾਂਡੇ ਦੇ ਵਿੱਚ ਜਲ ਪਾ ਦਈਏ, ਜਲ ਜਿਹੜਾ ਬਾਹਰ ਡੁੱਲਣ ਲੱਗ ਪਵੇ ਤੇ ਉਹ ਭਾਂਡਾ ਵੀ ਜਲ ਦੇ ਵਿੱਚ ਹੀ ਡੁੱਬ ਜਾਵੇ, ਉਹਨੂੰ ਕਹਿੰਦੇ ਨੇ ਭਰਪੂਰ, ਕਿ ਭਰ ਕੇ ਵੀ ਪੂਰਿਆ ਗਿਆ। ਐਸਾ ਹੈ ਅਕਾਲ ਪੁਰਖ ਜਿਹੜਾ ਜੀਵਾਂ ਦੇ ਵਿੱਚ ਪਰਿਪੂਰਨ ਹੈ। ਰਾਮ ਨਾਮ ਦੇਵਾ ਮਹਿਸੂਰ। ਉਸ ਤ੍ਰੇਤੇ ਯੁੱਗ ਦੇ ਅੰਦਰ, ਜਿਵੇਂ ਸਤਿਯੁਗ ਦੇ ਅੰਦਰ ਵਾਹਿਗੁਰੂ ਦਾ ਅਵਤਾਰ ਜਿਹੜਾ ਵਿਸ਼ਨੂੰ ਦਾ ਮੰਨਿਆ ਕਿ ਹੰਸਾ ਅਵਤਾਰ ਹੋਇਆ ਹੈ। ਫਿਰ ਤ੍ਰੇਤੇ ਯੁੱਗ ਦੇ ਅੰਦਰ ਜਿਹਦੇ ਵਿੱਚ ਰਿਗ ਵੇਦ ਪ੍ਰਸਿੱਧ ਸੀ, ਸਤਿਗੁਰੂ ਜੀ ਕਹਿੰਦੇ ਰਾਮ ਨਾਮ ਦੇਵਾ ਮਹਿਸੂਰ। ਰਾਘਵਾਂ ਦੇ ਕੁਲ ਦੇ ਨਾਇਕ ਜਿਹੜੇ ਰਾਮਚੰਦਰ ਜੀ ਹੋਏ ਨੇ, ਸਤਿਗੁਰੂ ਜੀ ਕਹਿੰਦੇ ਜਿਹੜੇ ਸਾਰੇ ਦੇਵਤਿਆਂ ਤੋਂ ਵੱਡੇ ਸੂਰਮੇ ਮੰਨੇ ਨੇ। ਨਾਏ ਲੈ ਪ੍ਰਾਛਿਤ ਜਾਹੇ। ਐਸੇ ਪਰਿਪੂਰਨ ਰਮੇ ਹੋਏ ਰਾਮ ਦਾ ਨਾਮ ਲੈਣ ਦੇ ਨਾਲ
ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿੰਨੇ ਸਾਰੇ ਪਾਪ ਨੇ ਇਹ ਸਾਰੇ ਜਾਹੇ ਕਹੀਏ ਨਾਸ਼ ਹੋ ਜਾਂਦੇ ਨੇ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸਤਿਗੁਰੂ ਜੀ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਪ੍ਰਮਾਣ ਕਰਦੇ ਨੇ ਸਹਿਜ ਕ੍ਰਿਤੀ ਦੇ ਅੰਦਰ ਕਿ ਜਿੰਨੇ ਇੱਕ ਵਾਰੀ ਨਾਮ ਲੈ ਲਿਆ ਨਾ ਵਾਹਿਗੁਰੂ ਦਾ, ਵਾਹਿਗੁਰੂ ਦੀ ਸਿਫਤ ਸਲਾਹ ਕਰ ਲਈ, ਉਹਦੀ ਬੰਦਗੀ ਦੇ ਵਿੱਚ ਜੁੜ ਗਿਆ। ਮਹਾਰਾਜ ਸਾਹਿਬ ਕਹਿੰਦੇ ਜਿਵੇਂ ਅੱਗ ਦੇ ਵਿੱਚ ਲੱਕੜ ਪਾਉਣ ਦੇ ਨਾਲ ਸਵਾਹ ਹੋ ਜਾਂਦੀ ਹੈ, ਇਸੇ ਪ੍ਰਕਾਰ ਹੀ ਨਾਮ ਰੂਪੀ ਅਗਨੀ ਦੇ ਵਿੱਚ ਜਦੋਂ ਪਾਪਾਂ ਰੂਪ ਲੱਕੜ ਪਾਈ ਉਹ ਸਾਰੀ ਸਵਾਹ ਹੋ ਗਈ। ਜੀਵਨ ਜਿਹੜਾ ਸ਼ੁੱਧ ਹੋ ਗਿਆ, ਨਿਰੰਜਨ ਸਰੂਪ ਵਿੱਚ ਅਭੇਦ ਹੋ ਗਿਆ। ਨਾਨਕ ਤਉ ਮੁਖ ਅੰਤਰ ਪਾਹੇ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਕੀ ਪ੍ਰਾਪਤੀ ਹੋਈ? ਜੀਵ ਨੂੰ ਆਪਣੇ ਮੋਖ ਅੰਤਰ ਦੀ ਪ੍ਰਾਪਤੀ ਹੋ ਗਈ। ਅੰਤਰ ਦਾ ਗਿਆਨ ਹੋ ਗਿਆ ਕਿ ਮੈਂ ਕਿੱਥੋਂ ਆਇਆ, ਮੈਂ ਕਰਨ ਕੀ ਆਇਆ ਇੱਥੇ, ਮੈਂ ਕਿਹੜੇ ਵਾਅਦੇ ਕੀਤੇ। ਜਦੋਂ ਕਿਸੇ ਨੇ ਵਾਹਿਗੁਰੂ ਦਾ ਨਾਮ ਧਾਰਨ ਕੀਤਾ ਨਾ, ਉਹਨੂੰ ਸਾਰੇ ਪਾਸੇ ਦਾ ਹੀ ਗਿਆਨ ਹੋ ਗਿਆ, ਅਗਲੇ ਪਿਛਲੇ ਦਾ ਵੀ ਗਿਆਨ ਹੋ ਗਿਆ। ਹੁਣ ਤੇ ਇੰਨੀ ਬੁੱਧੀ ਛੋਟੀ ਹੈ ਪਾਪਾਂ ਦੇ ਵਿੱਚ ਕਿ ਜੀਵ ਕੋਈ ਸਾਲ ਇੱਕ ਕਰਮ ਕਰ ਲੇ ਨਾ, 1 ਸਾਲ ਬਾਅਦ ਉਹਨੂੰ ਚੇਤਾ ਭੁੱਲ ਜਾਂਦਾ। ਇੰਨੀ ਮਾੜੀ ਬਿਰਤੀ ਹੋਈ ਪਈ ਵਿਕਾਰਾਂ ਦੇ ਵਿੱਚ। ਸਭ ਤੋਂ ਕਮਜ਼ੋਰ ਬੁੱਧੀ ਉਹਦੀ ਮੰਨੀ ਜਾਂਦੀ ਜਿਹੜਾ ਵਿਕਾਰਾਂ ਦੇ ਵਿੱਚ ਰਹਿੰਦਾ ਸਾਰੀ ਦਿਹਾੜੀ। ਕਲਯੁਗੀ ਜੀਵ ਆ। ਗੁਰਬਾਣੀ ਦਾ ਫਰਮਾਨ ਹੈ ਭਗਤ ਨਾਮਦੇਵ ਜੀ ਦਾ, ਤੁਮ ਕਹੀਏ ਹੋ ਜਗਤ ਗੁਰ ਸੁਆਮੀ, ਹਮ ਕਹੀਏ ਕਲਯੁਗ ਕੇ ਕੰਮ। ਕਲਯੁਗ ਦੇ ਵਿੱਚ ਕਾਮ ਜਿਹੜਾ ਹੈ ਬੜਾ ਪ੍ਰਸਿੱਧ ਮੰਨਿਆ ਹੈ, ਜਾਨ ਨਹੀਂ ਛੱਡਦਾ ਬੰਦੇ ਦੀ ਛੇਤੀ। ਕਾਮ ਕ੍ਰੋਧ ਕਾਇਆ ਕਉ ਗਾਲੇ। ਜਦੋਂ ਕਾਮ ਆ ਗਿਆ, ਜਦੋਂ ਜੀਵ ਕਾਮ ਵਾਸਨਾ ਦੇ ਅਧੀਨ ਹੋ ਗਿਆ, ਫਿਰ ਕਾਇਆ ਵੀ ਭਾਈ ਗਲ ਜਾਂਦੀ ਹੈ, ਸੜ ਜਾਂਦੀ ਹੈ। ਕਿਉਂਕਿ ਗੁੱਸਾ ਆਵੇਗਾ, ਕ੍ਰੋਧ ਆਵੇਗਾ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਕ੍ਰੋਧ ਆ ਗਿਆ ਫਿਰ ਜੀਵ ਜਿਹੜਾ ਹੈ ਉਹ ਥੱਕਦਾ, ਹਾਰਦਾ, ਸੜਦਾ ਹੀ ਹੈ, ਖਪਦਾ ਹੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹਨੂੰ ਇਹ ਸਾਰੀ ਚੀਜ਼ਾਂ ਦੀ ਸੋਝੀ ਆ ਗਈ ਕਿ ਭਾਈ ਵਿਕਾਰ ਬੜੇ ਮਾੜੇ ਨੇ, ਇਹਨਾਂ ਤੋਂ ਬਚ ਕੇ ਰਹੋ, ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਇਸ ਤਰ੍ਹਾਂ ਜਿਹੜਾ ਸੋਚਦਾ ਹੈ, ਗੁਰੂ ਗਰੀਬ ਨਿਵਾਸ ਜੀ ਫਰਮਾਨ ਕਰਦੇ ਨੇ, ਮੁਖ ਅੰਤਰ ਪਾਏ, ਉਹਨੂੰ ਮੁਖ ਅੰਤਰ ਵਾਹਿਗੁਰੂ ਦੇ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਜੁਜ ਮਹਿ ਜੂਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਤੀਸਰਾ ਯੁੱਗ ਆਇਆ ਦੁਆਪਰ, ਜਿਹਦੇ 2 ਪੈਰ ਮੰਨੇ ਨੇ ਧਰਮ ਦੇ ਅਨੁਸਾਰ। ਕਿਸੇ ਦਿਨ ਸਮਾਂ ਮਿਲਿਆ ਤੇ ਵਿਚਾਰ ਜ਼ਰੂਰ ਕਰਾਂਗੇ। ਜੁਜ ਮਹਿ ਜੂਰ ਛਲੀ ਚੰਦਰਾਵਲ, ਉਹਦੇ ਵਿੱਚ ਤੀਜੇ ਯੁੱਗ ਦੇ ਅੰਦਰ ਜੁਜਰ ਵੇਦ ਜਿਹੜਾ ਤੀਸਰਾ ਵੇਦ ਹੈ ਉਹ ਬੜਾ ਪ੍ਰਸਿੱਧ ਹੋਇਆ, ਬੜਾ ਨਾਮ ਚੱਲਿਆ ਉਹਦਾ। ਸਾਰੇ ਪਾਸੇ ਜੁਜਰ ਵੇਦ ਦਾ ਨਾਮ ਚੱਲਿਆ। ਉਹਦੇ ਵਿੱਚ ਕਹਿੰਦੇ ਨੇ ਕਾਨ ਕ੍ਰਿਸ਼ਨ ਜਾਦਮ ਭਇਆ। ਜਾਦਵਾਂ ਦੀ ਕੁਲ ਦੇ ਨਾਇਕ 16 ਕਲਾ ਸੰਪੂਰਨ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ, ਜਿਹਦਾ ਬਚਪਨ ਦਾ ਨਾਮ ਜਸ਼ੋਦਾ ਨੇ ਰੱਖਿਆ ਸੀ, ਜਿਹਨੂੰ ਬੜੇ ਪ੍ਰੇਮ ਦੇ ਨਾਲ ਸਾਰੇ ਕਾਨਾ ਕਾਨਾ ਕਹਿੰਦੇ ਸੀ। ਮਹਾਰਾਜ ਜੀ ਕਹਿੰਦੇ ਛਲੀ ਚੰਦਰਾਵਲ, ਇੱਕ ਚੰਦਰਾਵਲ ਨਾਮ ਦੀ ਗੋਪੀ ਹੋਈ। ਗੁਰਬਾਣੀ ਵਰਣਨ ਕਰਦੀ ਹੈ ਚੰਦਰਾਵਲ ਨਾਮ ਆਇਆ ਹੈ। ਕਹਿੰਦੇ ਨੇ ਕਿ ਚੰਦਰਾਵਲ ਜਿਹੜੀ ਸੀ ਇਹ ਗੋਕੁਲ ਦੀ ਨਵੀਂ ਵਿਆਹੀ ਗੋਪੀ ਆਈ ਸੀ, ਤੇ ਜਿੰਨੀਆਂ ਹੋਰ ਗ੍ਰਸਤੀ ਧਰਮ ਦੇ ਵਿੱਚ ਇਸਤਰੀਆਂ ਸਨ ਉਹ ਸਾਰੀਆਂ ਹੀ ਕਹਿੰਦੇ ਕ੍ਰਿਸ਼ਨ ਦੇ ਨਾਲ ਬੜਾ ਪ੍ਰੇਮ ਕਰਦੀਆਂ ਸੀ, ਗੋਕੁਲ ਦੀਆਂ ਜਿੰਨੀਆਂ ਗੋਪੀਆਂ ਸੀ। ਤੇ ਜਿਹੜੀ ਚੰਦਰਾਵਲ ਸੀ ਉਹ ਕ੍ਰਿਸ਼ਨ ਨੂੰ ਨਿੰਦਦੀ ਸੀ, ਗੋਪੀਆਂ ਨੂੰ ਕਹਿੰਦੀ ਸੀ ਤੁਸੀਂ ਆਪਦੇ ਕੰਤਾਂ ਨੂੰ ਛੱਡ ਕੇ ਇਹਦੇ ਕੋਲ ਕਿਉਂ ਜਾਂਦੀਆਂ। ਉਹ ਕ੍ਰਿਸ਼ਨ ਨੂੰ ਭਾਈ ਰੱਬ ਮੰਨਦੀਆਂ ਸਨ ਗੋਪੀਆਂ, ਪ੍ਰਤਾਖੀ ਹੋਈ ਮੰਨਦੀਆਂ ਸਨ, ਪਰ ਚੰਦਰਾਵਲ ਨੂੰ ਇੰਨਾ ਗਿਆਨ ਨਹੀਂ ਸੀ ਅਜੇ, ਕਿਉਂਕਿ ਨਵੀਂ ਆਈ ਸੀ ਉਸ ਧਾਮ ਦੇ ਵਿੱਚ, ਗੋਕੁਲ ਦੇ ਵਿੱਚ ਨਵੀਂ ਆਈ ਸੀ। ਗੋਪੀਆਂ ਨੂੰ ਬੜਾ ਰੋਸ ਆਇਆ ਕਿ ਸਾਡੇ ਕਾਹਨ ਜੀ ਨੂੰ, ਕ੍ਰਿਸ਼ਨ ਜੀ ਨੂੰ ਬੋਲੀ ਕਿਵੇਂ, ਸਾਡੇ ਮੁਰਲੀ ਲਾਲ ਨੂੰ ਬੋਲੀ ਕਿਵੇਂ ਮਾੜਾ ਇਹ, ਬੜਾ ਕ੍ਰੋਧ ਆਇਆ ਗੋਪੀਆਂ ਨੂੰ। ਗੋਪੀਆਂ ਨੇ ਬੇਨਤੀ ਕੀਤੀ, ਹੇ ਮਹਾਰਾਜ ਸ਼੍ਰੀ ਕ੍ਰਿਸ਼ਨ ਜੀ ਕਿਰਪਾ ਕਰੋ, ਤੁਹਾਡੇ ਰਾਜ ਦੇ ਅੰਦਰ ਇੱਕ ਚੰਦਰਾਵਲ ਨਾਮ ਦੀ ਗੋਪੀ ਆਈ ਹੈ, ਆਪਣੇ ਆਪ ਨੂੰ ਬੜੀ ਹੰਕਾਰਨ ਸਮਝਦੀ ਹੈ, ਕਿਰਪਾ ਕਰੋ ਉਹਦਾ ਜਿਹੜਾ ਬਾਲਾ ਹੈ ਉਹਨੂੰ ਛੜੋ, ਕਿਰਪਾ ਕਰੋ। ਤਾਂ ਵੀ ਭਾਈ ਕ੍ਰਿਸ਼ਨ 16 ਕਲਾ ਸੰਪੂਰਨ ਸੀ। ਵਾਹਿਗੁਰੂ ਦੀ ਕਿਰਪਾ ਦੇ ਨਾਲ 16 ਕਲਾ ਜਿਹੜੀਆਂ ਸਨ ਉਹਦੇ ਵਿੱਚ ਪੂਰਨ ਸਨ।
ਕਹਿੰਦੇ ਨੇ ਕ੍ਰਿਸ਼ਨ ਜੀ ਨੇ ਕੀ ਵਰਤਾਰਾ ਵਰਤਾਇਆ ਕਿ ਗੋਕੁਲ ਧਾਮ ਦੇ ਵਿੱਚ ਜਿੰਨੀਆਂ ਲਾਈਟਾਂ ਜਗਦੀਆਂ ਸਨ, ਜੋਤਾਂ ਦੀਵੇ ਜਗਦੇ ਸਨ, ਉਹ ਸਾਰੀਆਂ ਬੁਝਾ ਦਿੱਤੀਆਂ। ਇੱਕ ਹੀ ਦੀਵਾ ਜਗਦਾ ਰਹਿ ਗਿਆ ਕ੍ਰਿਸ਼ਨ ਜੀ ਦੇ ਘਰ। ਤੇ ਜਿਹੜੀ ਚੰਦਰਾਵਲ ਦੀ ਸੱਸ ਸੀ, ਉਹ ਬੜੀ ਬਿਮਾਰ ਰਹਿੰਦੀ ਸੀ। ਉਹਨੂੰ ਅੱਖਾਂ ਤੋਂ ਘੱਟ ਦੇਖਦਾ ਸੀ, ਕੰਨਾਂ ਤੋਂ ਘੱਟ ਸੁਣਦਾ ਸੀ, ਉਮਰ ਵੀ ਲੰਬੇਰੀ ਸੀ, ਬਾਹਲਾ ਲੰਮਾ ਚਿਰ ਤੁਰ ਨਹੀਂ ਸਕਦੀ ਸੀ, ਥੱਕ ਜਾਂਦੀ ਸੀ ਛੇਤੀ। ਹਨੇਰੇ ਦੇ ਕਾਰਨ ਉਹਨੂੰ ਕੁਝ ਦਿਸ ਵੀ ਨਹੀਂ ਰਿਹਾ ਸੀ। ਉਸਨੇ ਆਪਣੀ ਬਹੂ ਨੂੰ ਕਿਹਾ ਕਿ ਜਾ ਕਿਸੇ ਘਰੋਂ ਦੀਵਾ ਬਾਲ ਕੇ ਲਿਆ, ਹਨੇਰਾ ਬਹੁਤ ਜ਼ਿਆਦਾ, ਮੈਨੂੰ ਕੁਝ ਦਿਸ ਨਹੀਂ ਰਿਹਾ। ਚੰਦਰਾਵਲ ਨੇ ਆਪਦੀ ਸੱਸ ਦੀ ਗੱਲ ਮੰਨ ਕੇ ਜਦੋਂ ਬਾਹਰ ਗਈ, ਸਾਰੇ ਪਾਸੇ ਹਨੇਰਾ। ਬੜਾ ਯਤਨ ਕੀਤਾ ਕਿਸੇ ਦੇ ਘਰੋਂ ਦੀਵਾ ਬਲ ਜਾਵੇ, ਪਰ ਸਾਰਿਆਂ ਦੇ ਘਰੇ ਜਿਹੜੇ ਦੀਵੇ ਬੁਝ ਗਏ। ਜਦੋਂ ਮੁੜ ਕੇ ਆਉਣ ਲੱਗੀ ਤੇ ਵੇਖਿਆ ਕਿ ਕ੍ਰਿਸ਼ਨ ਜੀ ਦੇ ਘਰ ਦੀਵਾ ਜਗਨ ਦਿਆ, ਉੱਥੇ ਨਹੀਂ ਬੁਝਿਆ। ਮਨ ਦੇ ਵਿੱਚ ਚਾਅ ਆ ਗਿਆ ਕਿ ਹੁਣ ਉੱਥੋਂ ਮੈਂ ਦੀਵਾ ਜਗਾ ਕੇ ਲਿਆਵਾਂਗੇ। ਤੇ ਜਦੋਂ ਉੱਥੇ ਗਈ, ਕਹਿੰਦੇ ਦੀਵਾ ਬਾਲਣ ਲੱਗੀ ਤੇ ਕ੍ਰਿਸ਼ਨ ਜੀ ਨੇ ਆਪਦੀ ਮੋਹ ਮਾਇਆ ਦੇ ਨਾਲ ਉਹਨੂੰ ਛਾਲ ਲਿਆ। ਤੇ ਉਹ ਵੀ ਕ੍ਰਿਸ਼ਨ ਜੀ ਦੇ ਰੰਗਾਂ ਵਿੱਚ ਕਹਿੰਦੇ ਨੇ ਭੇਦ ਹੋ ਗਈ। ਕ੍ਰਿਸ਼ਨ ਜੀ ਦੀ ਦਾਸੀ ਗੋਪੀ ਬਣ ਗਈ। ਨਾਮ ਤੇ ਕਾਨਾ ਕਾਨਾ ਮੁਰਲੀ ਲਾਲ ਮਨੋਹਰੀ ਗਾਉਂਦੀ ਹੈ ਕਹਿੰਦੇ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਤ੍ਰੇਤੇ ਯੁੱਗ ਦੇ ਅੰਦਰ, ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਨਾਮ 16 ਕਲਾ ਸੰਪੂਰਨ ਜਿਹੜਾ ਯਾਦਵਾਂ ਦੀ ਕੁਲ ਦਾ ਨਾਇਕ ਹੋਇਆ ਅਵਤਾਰ, ਉਹਨੇ ਕਹਿੰਦੇ ਨੇ ਆਪਦੇ ਜ਼ੋਰ ਦੇ ਨਾਲ, ਵਾਹਿਗੁਰੂ ਦੇ ਬਲ ਦੇ ਨਾਲ ਚੰਦਰਾਵਲ ਗੋਪੀ ਨੂੰ ਛਲਿਆ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਕਹਿੰਦੇ ਨੇ ਸਭ ਤੋਂ ਜਿਹੜੀ ਰੁਕਮਣੀ ਨਾਂ ਦੀ ਸੋਹਣੀ ਗੋਪੀ ਸੀ ਕ੍ਰਿਸ਼ਨ ਦੀ। ਰੂਪ ਬੜਾ ਵਧੀਆ ਸੀ ਉਹਦਾ, ਸੁੰਦਰ ਰੂਪ ਸੀ, ਅਕਾਲ ਪੁਰਖ ਦੀ ਕਿਰਪਾ ਸੀ। ਕ੍ਰਿਸ਼ਨ ਨੇ ਕੀ ਕੀਤਾ ਕਿ ਇੱਕ ਫੁੱਲ ਲਿਆ ਕੇ ਦਿੱਤਾ ਪਾਰਜਾਤ ਬ੍ਰਿਛ ਦਾ। ਪਾਰਜਾਤ ਬ੍ਰਿਛ ਕਹਿੰਦੇ ਨੇ ਜਿਹੜਾ ਸਵਰਗਾਂ ਦੇ ਵਿੱਚ ਉੱਗਦਾ ਹੈ, ਉਹਨੂੰ ਕਲਪ ਬ੍ਰਿਛ ਵੀ ਕਹਿ ਦਿੰਦੇ ਨੇ। ਸੰਸਾਰ ਦੀ ਕੋਈ ਵੀ ਕਲਪਨਾ ਹੋਵੇ, ਕੋਈ ਧਨ ਪਦਾਰਥ ਚਾਹੀਦਾ ਹੋਵੇ, ਧੀਆਂ ਪੁੱਤ ਚਾਹੀਦੇ ਹੋਣ, ਜਿਹੜੀ ਮਰਜ਼ੀ ਪ੍ਰਾਪਤੀ ਹੋਵੇ, ਉਹ ਕਹਿੰਦੇ ਨੇ ਕਿ ਕਲਪ ਬ੍ਰਿਛ ਦੇ ਥੱਲੇ ਹੋਈਏ ਤੇ ਪੂਰੀ ਹੋ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸਵਰਗ ਦੇ ਵਿੱਚ ਬ੍ਰਿਛ ਲੱਗਾ ਹੈ। ਜਦੋਂ ਕ੍ਰਿਸ਼ਨ ਨੇ ਇੱਕ ਫੁੱਲ ਲਿਆ ਕੇ ਦਿੱਤਾ ਨਾ ਰੁਕਮਣੀ ਨੂੰ, ਤੇ ਉਹ ਕਹਿੰਦੀ ਕਿ ਮੈਨੂੰ ਹੁਣ ਸਾਰਾ ਬੂਟਾ ਚਾਹੀਦਾ ਹੈ। ਕਿਉਂਕਿ ਬੜੀਆਂ ਗੋਪੀਆਂ ਸਨ ਕ੍ਰਿਸ਼ਨ ਦੀਆਂ, ਵਾਹਵਾ ਗਿਣਤੀ ਆਉਂਦੀ ਹੈ ਇਹਨਾਂ ਦੀ। ਸਾਰੀਆਂ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਹੁਣ ਫੁੱਲ ਲਿਆ ਕੇ ਦਿਓ। ਕ੍ਰਿਸ਼ਨ ਨੇ ਕੀ ਕੀਤਾ ਕਿ ਸਵਰਗ ਦੇ ਵਿੱਚ ਗਿਆ, ਇੰਦਰ ਦੇ ਨਾਲ ਯੁੱਧ ਕੀਤਾ, ਇੰਦਰ ਨੂੰ ਹਰਾ ਕੇ ਉੱਥੋਂ ਪਾਰਜਾਤ ਜਿਹੜਾ ਬ੍ਰਿਛ ਪੁੱਟ ਕੇ ਲੈ ਆਇਆ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜਾ ਦੁਆਪਰ ਯੁੱਗ ਦਾ ਅਵਤਾਰ ਕ੍ਰਿਸ਼ਨ ਹੋਇਆ, ਪਾਰਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਗੋਪੀਆਂ ਦੇ ਵਾਸਤੇ ਕਹਿੰਦੇ ਨੇ ਕਿ ਪਾਰਜਾਤ ਜਿਹੜਾ ਕਲਪ ਬ੍ਰਿਛ ਸੀ, ਉਹੀ ਪੁੱਟ ਕੇ ਲੈ ਆਇਆ। ਫਿਰ ਬਿੰਦਰਾ ਬਨ ਦੇ ਵਿੱਚ ਸਾਰਿਆਂ ਨੇ ਰੰਗ ਆਨੰਦ ਕੀਤਾ। ਕਲ ਮਹਿ ਬੇਦ ਅਥਰਬਨ ਹੁਆ, ਨਾਉ ਖੁਦਾਈ ਅੱਲਹੁ ਭਇਆ। ਕਥਨ ਕਰਦੇ ਨੇ ਮਹਾਰਾਜ ਸਾਹਿਬ ਜੀ ਕਿ ਕਲਯੁਗ ਦੇ ਸਮੇਂ ਦੇ ਵਿੱਚ ਅਥਰਬਨ ਵੇਦ ਪ੍ਰਸਿੱਧ ਹੋਇਆ, ਜਿਹਦਾ ਲਿਬਾਸ ਸੀ ਕਾਲਾ, ਤੇ ਖੁਦਾਈ ਨਾਮ ਕੀ ਪਿਆ? ਅੱਲਾ। ਉਸ ਸਮੇਂ ਕਹਿੰਦੇ ਨੇ ਇਸਲਾਮ ਮਤ ਦਾ ਬੜਾ ਜ਼ੋਰ ਸੀ ਜਦੋਂ ਕਲਯੁਗ ਪ੍ਰਬਲ ਹੋਇਆ। ਹਜੇ ਵੀ ਕਲਯੁਗ ਦਾ ਸਮਾਂ ਹੈ, ਪਰ ਪਹਿਲੋਂ ਕਿਤੇ ਇਤਿਹਾਸ ਦੀ ਝਾਤੀ ਮਾਰ ਕੇ ਵੇਖ ਲਓ। ਇਤਿਹਾਸ ਦੇ ਅੰਦਰ ਮੁਗਲਾਂ ਦਾ ਰਾਜ ਆਇਆ ਭਾਈ। ਪਹਿਲੋਂ ਬੜਾ ਲੰਮਾ ਸਮਾਂ ਮੁਗਲਾਂ ਨੇ ਰਾਜ ਕੀਤਾ। ਜਿੰਨਾ ਚਿਰ ਪਾਤਸ਼ਾਹ ਜੀ ਰਹੇ, ਧੰਨ ਗੁਰੂ ਨਾਨਕ ਦੇਵ ਜੀ ਸਰੀਰਕ ਜਾਮੇ ਵਿੱਚ ਰਹੇ, ਓਨੀ ਦੇਰ ਵੀ ਮੁਗਲਾਂ ਦਾ ਹੀ ਰਾਜ ਰਿਹਾ। 250 ਸਾਲ 10 ਗੁਰੂਆਂ ਨੇ ਪ੍ਰਚਾਰ ਪ੍ਰਸਾਰ ਕੀਤਾ, ਕੁੱਲ ਲੁਕਾਈ ਨੂੰ ਤਾਰਿਆ, ਉਦੋਂ ਵੀ ਮੁਗਲਾਂ ਦਾ ਰਾਜ ਰਿਹਾ। ਇਹ ਜਿਹੜਾ ਮੁਗਲਾਂ ਦਾ ਰਾਜ ਬੜਾ ਲੰਮਾ ਸਮਾਂ ਰਿਹਾ। ਤੇ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਕਲਯੁਗ ਦੇ ਸਮੇਂ ਦੇ ਅੰਦਰ ਕਾਲਾ ਬਾਣਾ ਪਹਿਨਿਆ ਤੇ ਅਥਰਬਨ ਵੇਦ ਜਿਹੜਾ ਇਹ ਪ੍ਰਸਿੱਧ ਹੋਇਆ। ਤੇ ਜਿਹੜਾ ਖੁਦਾਈ ਨਾਮ ਸੀ, ਖੁਦਾ ਦਾ ਨਾਮ, ਖੁਦਾ ਕਹਿੰਦੇ ਨੇ ਖੁਦ ਆਪ, ਜਿਹੜਾ ਖੁਦ ਆਪ ਹੋਵੇ ਵਾਹਿਗੁਰੂ ਅੱਲਾ, ਉਹਦਾ ਨਾਮ ਜਿਹੜਾ ਪ੍ਰਸਿੱਧ ਹੋਇਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਜਿੰਨੇ ਤੁਰਕ ਸੀ, ਪਠਾਨ ਸੀ, ਸਾਰੇ
ਪਠਾਣੀਆਂ ਹੋ ਗਈਆਂ, ਤੁਰਕਣੀਆਂ ਹੋ ਗਈਆਂ, ਸਾਰਿਆਂ ਨੇ ਨੀਲੇ ਬਸਤਰ ਧਾਰਨ ਕਰ ਲਏ ਆਪਦੇ ਸਰੀਰ ਦੇ। ਕਿਉਂਕਿ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਵੀ ਬਚਨ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪ੍ਰਮਾਤਮਾ ਜੀ ਮੱਕੇ ਗਏ ਨਾ, ਕਾਜੀ ਰੁਗਨਦੀਨ ਦੇ ਨਾਲ ਜਦੋਂ ਸਵਾਲ ਜਵਾਬ ਹੋਏ, ਉਦੋਂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ, ਇਹ ਕਾਜੀ ਜੀ, ਨੀਲਾ ਬਾਣਾ ਪਹਿਨ ਕਰ ਬੈਠੂ ਪੁਰ ਕਰਤਾਰ, ਔਰੰਗਜ਼ੇਬ ਬਾਦਸ਼ਾਹ ਸਿਉ ਯੁੱਧ ਕਰੂੰ ਬਹੁ ਬਾਰ। ਉਦੋਂ ਗੁਰੂ ਨਾਨਕ ਦੇਵ ਜੀ ਨੇ ਬਚਨ ਕਰਤਾ ਸੀ ਕਿ ਮੈਂ ਦਸਵੇਂ ਸਰੂਪ ਦੇ ਵਿੱਚ ਆ ਕੇ ਨੀਲਾ ਬਾਣਾ ਧਾਰਨ ਕਰੂੰਗਾ ਤੇ ਬੜੀ ਵਾਰੀ ਔਰੰਗਜ਼ੇਬ ਬਾਦਸ਼ਾਹ ਵਰਗੇ ਹੰਕਾਰੀ ਬਾਦਸ਼ਾਹ ਦੇ ਨਾਲ ਯੁੱਧ ਕਰੂੰਗਾ। ਜਿਹੜਾ ਮੇਰੇ ਖਾਲਸੇ ਦਾ ਬਾਣਾ ਹੋਵੇਗਾ, ਡਰੈਸ ਹੋਵੇਗੀ, ਉਹ ਨੀਲੇ ਰੰਗ ਦੀ ਹੋਵੇਗੀ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਵੀ ਬਚਨ ਹੈ। ਇਸੇ ਪ੍ਰਕਾਰ ਆਉਂਦਾ ਹੈ, ਚਾਰੇ ਵੇਦ ਹੋਏ ਸਚਿਆਰ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ 4 ਵੇਦ ਨੇ, ਜਿਹੜੇ ਪਿੱਛੇ ਆਪ ਜੀ ਨੇ ਸਰਵਣ ਕੀਤੇ, ਇਹ ਸਤਿਗੁਰੂ ਜੀ ਕਹਿੰਦੇ ਸਚਿਆਰ ਕਹੀਏ ਕਿ ਸੱਚੇ ਹੋਏ। ਪੜ ਹੈ ਗੁਣ ਹੈ 3 4 ਵਿਚਾਰ। ਹੁਣ ਸੰਗਤ ਜੀ ਕਹਿਣਾ ਤੇ ਨਹੀਂ ਚਾਹੀਦਾ, ਪਰ ਗੁਰਸਿੱਖ ਜਿਹੜੇ ਨੇ ਕਈ ਬੜੇ ਅਪਗ੍ਰੇਡ ਹੋ ਗਏ ਅੱਜ ਕੱਲ, ਕਹਿੰਦੇ ਨੇ ਕਿ ਬਾਹਰਲੀ ਵਿੱਦਿਆ ਨਹੀਂ ਪੜ੍ਹਨੀ ਚਾਹੀਦੀ। ਜਿਹੜਾ ਬਾਹਰਲੀ ਵਿੱਦਿਆ ਪੜ੍ਹ ਲੈਂਦਾ ਕਹਿੰਦੇ ਬਾਹਮਣ ਮੱਤ ਹੋ ਜਾਂਦੀ ਉਹਦੀ। ਪਰ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਕਿ ਗੁਰਸਿੱਖ ਨੂੰ ਸਾਰੀ ਵਿੱਦਿਆ ਗ੍ਰਹਿਣ ਕਰਨੀ ਚਾਹੀਦੀ, ਸਾਰੇ ਧਰਮਾਂ ਦੀ। ਮਹਾਰਾਜ ਸਾਹਿਬ ਜੀ ਨੇ ਆਪਦੇ ਹੱਥੀਂ ਕਿਤੇ ਇਤਿਹਾਸ ਪੜ੍ਹ ਸੁਣ ਲਿਓ, ਆਪਦੇ ਹੱਥੀਂ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਕਾਂਸੀ ਵਿੱਦਿਆ ਪੜ੍ਹਨ ਵਾਸਤੇ ਭੇਜਿਆ। ਤੇ ਭਗਤ ਕਬੀਰ ਸਾਹਿਬ ਜੀ ਵੀ ਗੁਰਬਾਣੀ ਅੰਦਰ ਫਰਮਾਉਂਦੇ ਨੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਕਿ ਗੁਰਸਿੱਖੋ ਜਿਹੜੇ ਵੇਦ ਕਤੇਬਾਂ ਨੇ, ਕੁਰਾਨ ਨੇ, ਜਿਹੜੇ ਹੋਰ ਵੀ ਤੁਹਾਨੂੰ ਬੇਨਤੀਆਂ ਕੀਤੀਆਂ ਅੱਗੇ ਜਿੰਨੇ ਸ਼ਾਸਤਰ ਨੇ ਧਾਰਮਿਕ, ਇਹ ਝੂਠੇ ਨਹੀਂ। ਝੂਠਾ ਕੌਣ? ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਜਿਹੜਾ ਕਹਿੰਦਾ ਇਹ ਝੂਠੇ ਨੇ। ਮਹਾਰਾਜ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਉਹ ਆਪ ਝੂਠਾ ਹੈ। ਇਸ ਕਰਕੇ ਸਤਿਗੁਰੂ ਜੀ ਵਰਣਨ ਕਰਦੇ ਨੇ, ਪੜ ਹੈ ਗੁਣ ਹੈ 3 4 ਵਿਚਾਰ। ਜਿਹੜਾ ਇਹਨਾਂ 4 ਵੇਦਾਂ ਨੂੰ ਪੜ੍ਹਦਾ ਹੈ, ਪੜ੍ਹ ਕੇ ਫਿਰ ਚੰਗੀ ਤਰ੍ਹਾਂ ਵਿਚਾਰ ਕਰਦਾ ਹੈ ਇਹਨਾਂ ਦੀ, ਸਤਿਗੁਰੂ ਜੀ ਕਹਿੰਦੇ ਉਹਦਾ ਜਿਹੜਾ ਕਰੈਕਟਰ ਕਰਤੱਵ ਹੈ ਸ੍ਰੇਸ਼ਟ ਸੁੰਦਰ ਹੋ ਜਾਂਦਾ ਹੈ, ਤੇ ਉਹਦੇ ਹਿਰਦੇ ਦੇ ਅੰਦਰ ਬੜੀ ਸ੍ਰੇਸ਼ਟ ਵਿਚਾਰ ਪੈਦਾ ਹੁੰਦੀ ਹੈ। ਭਾਉ ਭਗਤ ਕਰ ਨੀਚ ਸਦਾਏ। ਗੁਰਸਿੱਖ ਕਹਿਣ ਲੱਗੇ ਕਿ ਮਹਾਰਾਜ ਸਾਹਿਬ ਜੀ, ਕਿ ਇਹਨਾਂ ਦਾ ਤੱਤ ਕੀ ਨਿਕਲਦਾ, ਜ਼ਿੰਦਗੀ ਦੇ ਵਿੱਚ ਕੀ ਕਰਮ ਕਮਾਉਣਾ ਚਾਹੀਦਾ ਜਿਹਦੇ ਨਾਲ ਸਾਰੀ ਜ਼ਿੰਦਗੀ ਉਹਦੀ ਪ੍ਰੇਮਾ ਭਗਤੀ 'ਚ ਲੰਘ ਜਾਵੇ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਮੰਨਿਆ ਹੈ ਵਾਹਿਗੁਰੂ ਨਾਮ। ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ ਸਾਰੀ ਗੁਰਬਾਣੀ ਦੇ ਅੰਦਰ ਕਿ ਨਾਮ ਜਪੋ ਭਾਈ ਨਾਮ ਜਪੋ। ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਆ। ਇਸੇ ਪ੍ਰਕਾਰ ਹੀ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ ਦੱਸੋ। ਸਤਿਗੁਰੂ ਜੀ ਕਹਿੰਦੇ ਭਾਉ ਭਗਤ ਕਰ ਨੀਚ ਸਦਾਏ। ਉਹਦੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰੇ। ਪ੍ਰੇਮਾ ਭਗਤੀ ਸੰਗਤ ਜੀ, ਪ੍ਰੇਮ ਜਿਹੜਾ ਨਾ ਇਹ ਸ਼ਰਧਾ ਮੰਨੀ ਜਾਂਦੀ। ਸ਼ਰਧਾ ਆਪਦੇ ਗੁਰੂ ਤੇ ਅਥਾਹ ਸ਼ਰਧਾ ਹੋਵੇ ਜਿਹਦੇ ਵਿੱਚ, ਉਹਨੂੰ ਪ੍ਰੇਮ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਵੇ, ਇਹਨੂੰ ਪ੍ਰੇਮ ਕਹਿੰਦੇ ਨੇ। ਆਪਦੇ ਗੁਰੂ ਦੇ ਨਾਲ ਪ੍ਰੇਮ ਕਰੇ। ਇਹ ਪ੍ਰੇਮ ਹੋਵੇ ਕਿ ਮੈਂ ਗੁਰੂ ਦਰਬਾਰ ਦੇ ਵਿੱਚ ਆਇਆ, ਮੇਰਾ ਫਰਜ਼ ਹੈ, ਮੈਂ ਪੁੱਤਰ ਹਾਂ, ਉਹਦੇ ਪਿਓ ਦੀ ਸੇਵਾ ਕਰਾਂ। ਜੇ ਮੇਰੇ ਪਿਓ ਦੇ ਦਰਬਾਰ 'ਚ ਕੋਈ ਕਮੀ ਹੈ, ਪੇਛੀ ਹੈ, ਮੈਂ ਉਹਨੂੰ ਪੂਰੀ ਕਰਾਂ। ਪੁੱਤਰ ਦਾ ਫਰਜ਼ ਹੈ ਸੰਗਤ ਜੀ। ਜੇ ਕੋਈ ਦਸਵੰਧ ਕੱਢਦਾ ਹੈ ਤੇ ਭਾਈ ਗੁਰੂ ਘਰ ਸੇਵਾ ਕਰੇ, ਇਹ ਪ੍ਰੇਮ ਮੰਨਿਆ ਜਾਂਦਾ ਹੈ ਗੁਰੂ ਦੇ ਪ੍ਰਤੀ। ਫਿਰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਰੋਜ਼ ਗੁਰਸਿੱਖ ਗੁਰਬਾਣੀ ਦਾ ਨਿਤਨੇਮ ਪੜ੍ਹਦੇ ਨੇ। ਕੀ ਮਹਾਰਾਜ ਸਾਹਿਬ ਕਹਿੰਦੇ ਨੇ, ਜਿਨੇ ਪ੍ਰੇਮ ਕੀਤਾ ਉਹਨੇ ਪ੍ਰਭੂ ਨੂੰ ਪ੍ਰਾਪਤ ਕੀਤਾ। ਇਹ ਨਹੀਂ ਕਿ ਜਿਹੜਾ ਕਵੇ ਕਿ ਮੈਂ ਆਪਦੀ ਮਰਜ਼ੀ ਦੇ ਨਾਲ ਹੀ ਭਗਤੀ ਕਰੂੰਗਾ ਜਾਂ ਆਪਦੀ ਮਰਜ਼ੀ ਦੇ ਨਾਲ ਹੀ ਗੁਰੂ ਘਰ ਆਊਂਗਾ, ਪਰ ਉਹਨੂੰ ਫਿਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਭਾਉ ਭਗਤ ਕਰ ਨੀਚ ਸਦਾਏ। ਭਾਉ ਭਗਤੀ ਕਰੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੇ। ਜਿੰਨੇ ਗੁਰਸਿੱਖ ਜੋੜ ਮੇਲੇ ਮਨਾਉਂਦੇ ਨੇ ਸਾਰਿਆਂ ਵਿੱਚ ਸ਼ਾਮਲ ਹੋਵੇ ਤੇ ਆਪਣੇ ਆਪ ਨੂੰ ਕੀ ਸਮਝੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਆਪਦੇ ਹਿਰਦੇ 'ਚ ਇਹ ਸਮਝੇ ਕਿ ਮੈਂ ਤੇ ਸਭ ਤੋਂ ਮਾੜਾ, ਮੇਰੇ ਤੋਂ ਚੰਗਾ ਤੇ ਕੋਈ ਹੋ ਹੀ ਨਹੀਂ ਸਕਦਾ।
ਇਹ ਨਹੀਂ ਕਿ ਮਾੜੇ ਬਣ ਜਾਣਾ ਹੈ, ਆਪਣੇ ਹਿਰਦੇ ਨੂੰ ਨੀਵਾਂ ਕਰਨਾ ਹੈ। ਮਨ ਨੀਵਾਂ ਤੇ ਮੱਤ ਉੱਚੀ ਰੱਖਣੀ, ਮੱਤ ਨਹੀਂ ਨੀਵੀਂ ਕਰਨੀ। ਇਹ ਨਾ ਹੋਵੇ ਕਿ ਧੀਆਂ ਭੈਣਾਂ ਵੱਲ ਤੱਕੀ ਜਾਵੇ, ਮਾੜੀ ਨਿਗਾਹ ਦ੍ਰਿਸ਼ਟੀ ਰੱਖੇ। ਇਹ ਨਹੀਂ, ਮੱਤ ਸੰਗਤ ਦੀ ਉੱਚੀ ਰੱਖਣੀ ਹੈ, ਪਰ ਮਨ ਨੀਵਾਂ ਕਰਨਾ। ਮਨ ਕਿਵੇਂ ਨੀਵਾਂ ਹੋਵੇਗਾ? ਭਾਵੇਂ ਕੋਲ ਰਾਜ ਭਾਗ ਹੋਵੇ, ਪਰ ਮਨ ਇੰਨਾ ਨੀਵਾਂ ਹੋਵੇ ਕਿ ਮੇਰੇ ਕੋਲ ਕੁਝ ਵੀ ਨਹੀਂ, ਜੋ ਕੁਛ ਹੈ ਸੋ ਤੇਰਾ। ਇਹਨੂੰ ਮਨ ਨੀਵਾਂ ਕਹਿੰਦੇ ਨੇ, ਕਿ ਸਾਰਾ ਕੁਝ ਪ੍ਰਭੂ ਦਾ ਅਰਪਣ ਕਰਨਾ। ਕਹਿਣਾ ਕਿ ਸਾਰਾ ਕੁਝ ਪ੍ਰਭੂ ਦਾ ਹੈ, ਪਰਮਾਤਮਾ ਦਾ ਹੈ, ਉਹਨੇ ਮੈਨੂੰ ਦਿੱਤਾ, ਉਹਨੇ ਲੈ ਲੈਣਾ। ਕਿਉਂਕਿ ਸੰਗਤ ਜੀ, ਸਾਡੇ ਕਹਿਣ ਦੇ ਨਾਲ ਭਲਾ ਸਾਡਾ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਤੇ ਰੱਬ ਨੇ ਵੱਡਾ ਹੋ ਜਾਣਾ ਜੇ ਅਸੀਂ ਕਿਹਾ। ਜੇ ਅਸੀਂ 2 ਵਾਰੀ ਵਾਹਿਗੁਰੂ ਕਹਿਤਾ ਤੇ ਸਾਨ ਕਰ ਦਿੰਦੇ ਨੇ ਕਈ ਕਿ ਅਸੀਂ ਨਾਮ ਜਪਦੇ ਭਾਈ। ਪਰ ਸੰਗਤ ਜੀ, ਇਹਦੇ ਵਿੱਚ ਫਾਇਦਾ ਵੀ ਤੇ ਆਪਦਾ ਹੀ ਹੈ। ਨਾ ਤੇ ਉਹਨੇ ਵੱਡਾ ਹੋ ਜਾਣਾ ਵਾਹਿਗੁਰੂ ਨੇ, ਤੇ ਨਾ ਉਹਨੇ ਘੱਟ ਹੀ ਹੋ ਜਾਣਾ ਜੇ ਉਹਦਾ ਨਾਮ ਨਾ ਲਵਾਂਗੇ ਤੇ। ਉਹਨੇ ਤੇ ਹੂ ਬਾਹੂ ਜੁਗ ਜੁਗ ਏਕੋ ਵੇਸ, ਚਾਰੇ ਯੁੱਗਾਂ ਦੇ ਵਿੱਚ ਜਿਹਦਾ ਇੱਕੋ ਲਿਬਾਸ ਰਿਹਾ, ਇੱਕੋ ਵੇਸ ਰਿਹਾ ਜਿਹਦਾ। ਜਿਮੀ ਜਮਾਨ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ। ਉਹਦਾ ਦੇਖੋ ਸਰੂਪ ਰਿਹਾ ਹੈ। ਪਰ ਸਾਨੂੰ ਕੀ ਕਰਨਾ ਚਾਹੀਦਾ? ਜੇ ਪਾਰ ਉਤਾਰਾ ਕਰਾਉਣਾ ਸੰਸਾਰ ਸਮੁੰਦਰ ਤੋਂ, ਆਪਣੇ ਆਪ ਨੂੰ ਭਾਈ ਨੀਵਾਂ ਸਮਝਣ ਲੱਗ ਪਵੋ। ਤਉ ਨਾਨਕ ਮੁਖ ਅੰਤਰ ਪਾਏ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨਿਰਸੰਦੇਹ ਮੁਕਤੀ ਹੋ ਜਾਵੇਗੀ। ਪੌੜੀ ਸਤਿਗੁਰ ਵਿਟਹੁ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਸਤਿਗੁਰੂ ਜੀ ਬੇਨਤੀ ਰੂਪ ਹੋ ਕੇ ਪ੍ਰਮਾਣ ਕਰਦੇ ਨੇ, ਐਸੇ ਸਤਿਗੁਰੂ ਜੀ ਤੋਂ ਤੇ ਵਾਰਨੇ ਬਲਿਹਾਰਨੇ ਜਾਣਾ ਚਾਹੀਦਾ ਹੈ। ਜਿਤ ਮਿਲਿਆ ਖਸਮ ਸੰਭਾਲਿਆ। ਹੁਣ ਸੰਗਤ ਜੀ ਵੇਖੋ, ਆਹ ਉਪਦੇਸ਼ ਜਿਹੜਾ ਪਾਵਨ, ਇਹ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ, ਜਿਹਦੇ ਨਾਲ ਸਾਨੂੰ ਖਸਮ ਦੀ ਸੋਝੀ ਹੋ ਗਈ ਕਿ ਅਕਾਲ ਪੁਰਖ ਕੀ ਹੈ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਜਿਨ੍ਹਾਂ ਨੇ ਉਹ ਬੜਾ ਜ਼ਿਆਦਾ ਸੁੰਦਰ ਉਪਦੇਸ਼ ਦਿੱਤਾ, ਗਿਆਨ ਸੁਲਾਖਾ ਦੇ ਬੁੱਧ ਲੋਚਨ। ਸਾਰ ਕਿਤਾਬਲੀ ਦਾ ਬਚਨ ਹੈ ਪੰਡਤ ਹਰਦਿਆਲ ਜੀ ਦਾ। ਇਸੇ ਪ੍ਰਕਾਰ ਹੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਜਿਨ ਕਰ ਉਪਦੇਸ਼, ਜਿਨ੍ਹਾਂ ਨੇ ਅੰਮ੍ਰਿਤ ਸਵਰੂਪ ਗੁਰਬਾਣੀ ਦਾ ਪਾਵਨ ਉਪਦੇਸ਼ ਕਹੀਏ ਕਿ ਸਿੱਖਿਆ ਬਖਸ਼ੀ, ਗਿਆਨ ਅੰਜਨ ਦੀਆ। ਮਨ ਤੇ ਬੁੱਧੀ ਦੇ ਵਿੱਚ ਗਿਆਨ ਦਾ ਸੁਰਮਾ ਦਿੱਤਾ ਸਤਿਗੁਰਾਂ ਨੇ ਸਾਨੂੰ। ਮਾਈਆਂ ਪਾਉਂਦੀਆਂ ਨੇ ਬੱਚਿਆਂ ਨੂੰ ਸੁਰਮਾ ਕਿ ਅੱਖਾਂ ਸਾਫ਼ ਰਹਿਣ। ਇਸੇ ਪ੍ਰਕਾਰ ਹੀ ਜਿਹੜੇ ਪਿਤਾ ਪ੍ਰਭੂ ਪਰਮਾਤਮਾ ਹਨ ਗੁਰੂ ਨਾਨਕ ਦੇਵ ਜੀ, ਉਹ ਵੀ ਆਪਣੇ ਬੱਚਿਆਂ ਨੂੰ, ਗੁਰਸਿੱਖਾਂ ਨੂੰ ਗਿਆਨ ਦਾ ਅੰਜਨ ਦਿੰਦੇ ਨੇ, ਗਿਆਨ ਦਾ ਸੁਰਮਾ ਦਿੰਦੇ ਨੇ। ਗੁਰਬਾਣੀ ਗਾਵਹੁ ਭਾਈ, ਉਹ ਸਫਲ ਸਦਾ ਸੁਖਦਾਈ। ਇਹ ਭਾਈ ਸਤਿਗੁਰਾਂ ਨੇ ਸਾਨੂੰ ਸੁਰਮਾ ਬਖਸ਼ਿਆ ਕਿ ਗੁਰਬਾਣੀ ਗਾਓ, ਮਨ ਤੇ ਬੁੱਧੀ ਰੂਪ ਨੇਤਰਾਂ ਦੇ ਵਿੱਚ ਗੁਰਬਾਣੀ ਦਾ ਸੁਰਮਾ ਹੀ ਪਾਈ ਜਾਓ। ਇੰਨੀ ਨੇਤਰੀ ਜਗਤ ਨੇ ਹਾਲਿਆ। ਫਿਰ ਜਿਹੜੇ ਨੇਤਰ ਹਨ, ਇਹਦੇ ਨਾਲ ਹੀ ਸਾਰੇ ਸੰਸਾਰ ਨੂੰ ਵੇਖੋ ਕਿ ਸਾਰਾ ਕੁਝ ਵਾਹਿਗੁਰੂ ਦਾ ਰੂਪ ਹੈ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇਵਣ ਜਾਰਿਆ। ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ, ਜੇ ਕੋਈ ਖਸਮ ਨੂੰ ਛੱਡ ਦੇ ਨਾ, ਜਿਵੇਂ ਪਤੀ ਪਤਨੀ ਹੋਵੇ ਤੇ ਆਪਦੇ ਪਤੀ ਨੂੰ ਛੱਡ ਦੇਵੇ, ਫਿਰ ਕਿਤੇ ਤਰੀ ਨਹੀਂ। ਸਾਰੇ ਪਾਸਿਓਂ ਲਾਹਨਤਾਂ ਪੈਂਦੀਆਂ ਨੇ, ਉਸ ਨੂੰ ਕੋਈ ਨਹੀਂ ਚੰਗਾ ਸਮਝਦਾ। ਸਾਰੇ ਪਾਸੋਂ ਉਹਦਾ ਮੂੰਹ ਕਾਲਾ ਹੁੰਦਾ ਜਿਹੜਾ ਪਤੀ ਨੂੰ ਛੱਡ ਦਿੰਦੀ ਇਸਤਰੀ। ਤੇ ਇਹ ਤੇ ਭਾਈ ਸਾਰੇ ਸੰਸਾਰ ਦਾ ਮਾਲਕ ਮਰਦ ਅਕਾਲ ਪੁਰਖ ਅਗੰਮੜੇ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਖਸਮ ਛੋੜ ਦੂਜਾ ਲੱਗੇ। ਹੁਣ ਸੰਗਤ ਨੇ ਕਹਿਣਾ ਰੋਜ਼ ਹੀ ਮੜੀਆਂ ਵਸਾਣੀਆਂ ਨੂੰ ਧੱਕਣ ਲੱਗ ਪੈਂਦੇ ਨੇ, ਪਰ ਸੰਗਤ ਜੀ ਕੀ ਕਰੀਏ, ਮਹਾਰਾਜ ਸਾਹਿਬ ਰੋਜ਼ ਹੀ ਉਪਦੇਸ਼ ਬਖਸ਼ਦੇ ਨੇ, ਕੋਈ ਇੱਕ ਦਿਨ ਨਹੀਂ ਉਪਦੇਸ਼ ਬਖਸ਼ਦੇ। ਰੋਜ਼ ਹੀ ਕਹਿੰਦੇ ਨੇ ਖਸਮ ਛੋੜ ਦੂਜਾ ਲੱਗੇ, ਕਿ ਜਿਹੜਾ ਆਪਦੇ ਖਸਮ ਮਾਲਕ ਨੂੰ ਛੱਡ ਕੇ ਦੂਜੇ ਲੱਗ ਗਿਆ, 2 ਬੇੜੀਆਂ 'ਚ ਪੈਰ ਪਾ ਲਿਆ ਜਿਹਨੇ, ਮੜੀਆਂ ਵਸਾਣੀਆਂ ਨੂੰ ਪੂਜਣ ਲੱਗ ਪਿਆ, ਦੇਹਧਾਰੀ ਗੁਰੂਆਂ ਨੂੰ ਪੂਜਣ ਲੱਗ ਪਿਆ, ਕਹਿੰਦਾ ਕਿ ਇਹੋ ਹੀ ਗੁਰੂ ਨੇ। ਜਿਵੇਂ ਅੱਜ ਕੱਲ੍ਹ ਸ਼ੰਕੇ ਕਰਦੇ ਨੇ ਕਿ ਬੰਦੇ ਨੂੰ ਤਾਂ ਇਸ਼ਨਾਨ ਕਰਾ ਲਈਦਾ, ਗੁਰੂ ਗ੍ਰੰਥ ਸਾਹਿਬ ਨੂੰ ਇਸ਼ਨਾਨ ਕਰਾਓ, ਤੁਹਾਡਾ ਗੁਰੂ ਤੇ ਨਹਾਉਂਦਾ ਹੀ ਨਹੀਂ। ਪਰ ਜਿਹੜੇ ਗਿਆਨਵਾਨ ਗੁਰਸਿੱਖ ਨੇ ਕਹਿੰਦੇ ਨੇ ਕਿ ਇਹ ਤੇ ਸੋਚ ਕੇ ਵੇਖੋ, ਗੰਦਗੀ ਧੋਤੀ ਜਾਂਦੀ, ਗਿਆਨ ਨਹੀਂ ਧੋਤਾ ਜਾਂਦਾ ਕਦੇ। ਜਿਹੜੀ ਚੀਜ਼ ਹੀ ਸਾਫ਼ ਹੈ ਉਹਨੂੰ ਧੋ ਕੇ ਕੀ ਕਰਨਾ। ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਨੇ, ਜਿਹੜੇ ਦੂਜੇ ਭਾਅ ਦੇ ਵਿੱਚ ਲੱਗ ਕੇ, ਤਰਕਾਂ ਦੇ ਵਿੱਚ ਲੱਗ ਗਏ ਕਿ ਆਹ ਨਹੀਂ ਉਹ ਨਹੀਂ, ਗੁਰੂ ਘਰ ਇੰਜ ਨਹੀਂ ਚਾਹੀਦਾ,
ਸੰਗਤੀ ਜਿਹਦੇ ਵਿੱਚ ਭਾਵਨਾ ਕੁਝ ਵੀ ਕਰ ਸਕਦਾ। ਭਾਵਨਾ ਬੜੀ ਵੱਡੀ ਚੀਜ਼ ਹੈ। ਹੁਣ ਕਈ ਗੁਰਸਿੱਖ ਡੰਡੌਤ ਕਰਦੇ ਨੇ। ਗੁਰਬਾਣੀ ਦੇ ਵਿੱਚ ਵੀ ਬਚਨ ਆਉਂਦਾ, ਡੰਡੌਤ ਬੰਧਨ ਨਾਨਕ ਬਾਰ ਸਰਬ ਕਲਾ ਸਮਰੱਥ। ਜਿਹੜੀਆਂ ਸਾਰੀਆਂ ਕਲਾ ਨੂੰ ਸਮਰੱਥ ਵਾਹਿਗੁਰੂ ਹੈ, ਉਹਨੂੰ ਡੰਡੌਤ ਹੈ। ਡੰਡੌਤ ਕਹਿੰਦੇ ਨੇ ਡੰਡੇ ਵੱਧ ਹੋ ਗਏ ਨਮਸਕਾਰ ਕਰਨੇ, ਲੰਮੇ ਪੈ ਗਏ। ਕਈ ਕਹਿੰਦੇ ਨੇ ਉਹ ਪਖੰਡ ਹੈ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੇ ਖਸਮ ਨੂੰ ਇੱਕਮਿਕ ਧਾਰਿਆ ਹੈ। ਪਰ ਤੁਸੀਂ ਸੋਚੋ ਗੁਰਸਿੱਖੋ, ਜਿਹੜੇ ਦੂਜੇ ਭਾਅ ਦੇ ਵਿੱਚ ਲੱਗੇ ਨੇ, ਉਹਨੇ ਤੇ ਪਰਿਪੂਰਨ ਪਰਮਾਤਮਾ ਅੱਗੇ ਡੰਡੌਤ ਕੀਤੀ, ਪਰ ਤੁਸੀਂ ਦੇਹ ਧਾਰੀਆਂ ਦੇ ਅੱਗੇ ਡੰਡੌਤ ਕਰਦੇ। ਕਿੰਨੀ ਸ਼ਰਮ ਵਾਲੀ ਗੱਲ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਲਾਭ ਕੀ ਮਿਲੂਗਾ? ਡੁੱਬੇ ਸੇਵਣ ਜਾ ਰਿਹਾ। ਸੰਸਾਰ ਸਮੁੰਦਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਡੁੱਬ ਜਾਣਗੇ। ਇੰਨਾ ਹੰਕਾਰ ਆ ਜਾਊਗਾ, ਫਿਰ ਨਿਕਲਿਆ ਨਹੀਂ ਜਾਣਾ। ਜਿਵੇਂ ਕਹਿੰਦੇ ਨੇ ਕਈਆਂ ਨੂੰ ਤੈਰਨਾ ਨਹੀਂ ਆਉਂਦਾ ਤੇ ਸਮੁੰਦਰ ਦੇ ਵਿੱਚ ਹੀ, ਦਰਿਆ ਦੇ ਵਿੱਚ ਹੀ ਡੁੱਬ ਜਾਂਦੇ। ਕਿਉਂਕਿ ਸੰਗਤ ਜਿਹਨੂੰ ਤੈਰਨਾ ਨਹੀਂ ਨਾ ਆਉਂਦਾ, ਕੱਦ ਹੋਵੇ 7 ਫੁੱਟ ਤੇ 8 ਫੁੱਟ ਦੇ ਪਾਣੀ ਵਿੱਚ ਹੀ ਡੁੱਬ ਜਾਂਦਾ। ਥੋੜਾ ਜਿਹਾ ਹੰਕਾਰ ਵਿਕਾਰ ਆ ਜਾਵੇ ਤੇ ਉਹਦੇ ਵਿੱਚ ਹੀ ਮਹਾਰਾਜ ਸਾਹਿਬ ਕਹਿੰਦੇ ਡੁੱਬ ਜਾਂਦਾ। ਜਿਹਨੂੰ ਤੈਰਨ ਦੀ ਜਾਚ ਨਹੀਂ, ਉਹ ਤੇ ਥੋੜੇ ਵਿਸ਼ੇ ਵਿਕਾਰਾਂ ਵਿੱਚ ਹੀ ਡੁੱਬ ਜਾਵੇਗਾ। ਜਿਹਨੂੰ ਇਹ ਨਹੀਂ ਨਾ ਪਤਾ ਕਿ ਗੁਰੂ ਕੀ ਸਾਧ ਸੰਗਤ ਵਿੱਚ ਆਉਣਾ ਕਿ ਨਹੀਂ ਆਉਣਾ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤੇ ਕਹਿੰਦੇ ਨੇ ਭਾਵੇਂ ਥੋੜਾ ਹੀ ਵਿਕਾਰਾਂ ਦੇ ਵਿੱਚ ਹੋਵੇ, ਉਹਨੇ ਡੁੱਬ ਹੀ ਜਾਣਾ। ਭਾਵੇਂ ਪਾਣੀ 2-3 ਇੰਚ ਉੱਚਾ ਹੀ ਹੋਵੇ, ਜਦੋਂ ਤੈਰਨਾ ਹੀ ਨਹੀਂ ਆਉਂਦਾ ਸੰਗਤ ਜੀ, ਫਿਰ ਡੁੱਬੇਗਾ ਹੀ। ਇਸੇ ਪ੍ਰਕਾਰ ਹੀ ਤੈਰਨਾ ਸਿੱਖੀਏ। ਵਾਹਿਗੁਰੂ ਦਾ ਜਿਹੜਾ ਜਹਾਜ਼ ਨਾਮ ਹੈ ਨਾ, ਉਹਦੇ ਉੱਤੇ ਚੜੀਏ, ਫਿਰ ਡੁੱਬਣਾ ਨਹੀਂ ਹੋਵੇਗਾ। ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੈ ਵਿਚਾਰਿਆ। ਉਹ ਜਿਹੜੇ ਵਣਜਾਰੇ ਡੁੱਬ ਗਏ ਉਹਨਾਂ ਨੇ ਤੇ ਜਾਣਿਆ ਨਹੀਂ, ਪਰ ਮਹਾਰਾਜ ਸਾਹਿਬ ਕਹਿੰਦੇ ਸਤਿਗੁਰੂ ਹੈ ਬੋਹਿਥਾ। ਇਹ ਨਹੀਂ ਜਾਣਿਆ ਕਿ ਸਤਿਗੁਰੂ ਤੇ ਵੱਡਾ ਬੇੜਾ ਜਹਾਜ਼ ਹੈ, ਜਿਹੜਾ ਇੱਕ ਵਾਰੀ ਚੜ੍ਹ ਜੇ ਤਾਂ ਨੂੰ ਫਿਰ ਮਹਾਰਾਜ ਸਾਹਿਬ ਕਹਿੰਦੇ ਏਅਰਪੋਰਟ ਤੇ ਜਾ ਕੇ ਲੱਥਦਾ ਹੈ। ਇਹ ਨਹੀਂ ਕਿ ਰਾਜ ਕਰੈਸ਼ ਹੋ ਜਾਵੇ, ਹੋਰ ਕੁਝ ਹੋ ਜਾਵੇ, ਭਾਵੇਂ ਸਮੁੰਦਰ ਦੇ ਵਿੱਚ ਪੈ ਜਾਵੇ। ਸੰਸਾਰ ਸਮੁੰਦਰ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੱਚਖੰਡ ਦੀ ਪ੍ਰਾਪਤੀ ਕਰਵਾ ਦਿੰਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ। ਵਿਰਲਾ ਕਿੰਨਾ ਵਿਚਾਰਿਆ, ਪਰ ਜਿਹੜੀ ਇਹ ਗੁੰਝਲਦਾਰ ਵਿਚਾਰ ਹੈ ਨਾ, ਡੂੰਘੀ ਜੀ ਗੰਭੀਰ ਵਿਚਾਰ, ਇਹ ਕੋਈ ਨਹੀਂ ਵਿਚਾਰਦਾ ਛੇਤੀ ਕੀਤਿਆਂ। ਬਾਹਲੇ ਡੁੱਬਦੇ ਹੀ ਨੇ ਸੰਸਾਰ ਸਮੁੰਦਰ ਦੇ ਵਿੱਚ। ਸਤਿਗੁਰੂ ਨੇ ਸਪਸ਼ਟ ਹੀ ਕਰ ਦਿੱਤਾ, ਵਿਰਲਾ ਕਿੰਨਾ ਵਿਚਾਰਿਆ। ਹੁਣ ਸੰਗਤ ਜੀ ਆਪ ਹਿਸਾਬ ਲਾਓ, ਆ ਵਿਰਲੇ ਬੈਠੇ ਨੇ ਗੁਰੂ ਘਰ। ਜੇ ਨਗਰ ਦੇ ਵਿੱਚ 1000 ਜੀ ਹੋਵੇ, 1000 ਜੀ ਦੇ ਵਿੱਚੋਂ ਤਕਰੀਬਨ ਹਜੇ 50 ਜਾਣੇ ਬੈਠੇ ਨੇ ਇੱਥੇ। 50 ਤੋਂ ਵੀ ਘੱਟ, 25 ਵੀ ਨਹੀਂ ਬੈਠੇ। ਵਿਰਲੇ ਨੇ ਵਿਚਾਰਿਆ ਨਾ। ਤੁਸੀਂ ਥੋੜੇ ਜਾਣਿਆਂ ਵਡਿਆਈ ਵਿਚਾਰੀ ਮਹਾਰਾਜ ਦੀ ਕਿ ਸਤਿਗੁਰੂ ਜੀ ਪਾਰ ਕਰ ਦਿੰਦੇ ਸੰਸਾਰ ਸਮੁੰਦਰ ਤੋਂ। ਤਾਂ ਹੀ ਤੇ ਗੁਰੂ ਘਰ ਆਉਂਦੇ, ਸੇਵਾ ਕਰਦੇ ਹੋ, ਗੁਰਸਿੱਖਾਂ ਨੂੰ ਨਮਸਕਾਰ ਕਰਦੇ, ਤਾਂ ਹੀ ਕਰਦੇ ਹੋ ਨਾ। ਕਿਉਂਕਿ ਆਪ ਸੰਗਤ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਵਿਚਾਰ ਕੀਤੀ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਕਿ ਬਿਨਾਂ ਭਜਨ ਤੋਂ ਛੁਟਕਾਰਾ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਕਿਸੇ ਵਿਰਲੇ ਨੇ ਹੀ ਵਿਚਾਰ ਕੀਤੀ ਹੈ। ਕਰ ਕਿਰਪਾ ਪਾਰ ਉਤਾਰਿਆ। ਜਿਨੇ ਵਿਚਾਰ ਕਰ ਲਈ ਆਪਦੇ ਹਿਰਦੇ ਦੇ ਅੰਦਰ, ਫਿਰ ਸਤਿਗੁਰੂ ਜੀ ਕਹਿੰਦੇ ਮਹਾਰਾਜ ਸਾਹਿਬ ਜੀ ਨੇ ਆਪਦੇ ਕਰ ਕਮਲਾਂ ਦੇ ਨਾਲ ਕਿਰਪਾ ਕੀਤੀ। ਆਪਦਾ ਮਿਹਰ ਭਰਿਆ ਹੱਥ ਆਪਣੇ ਗੁਰਸਿੱਖ ਦੇ ਸਿਰ ਤੇ ਰੱਖਿਆ, ਮਸਤਕ ਤੇ ਰੱਖਿਆ, ਪਾਰ ਉਤਾਰਿਆ, ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਐਸੀ ਹੈ ਭਾਈ ਅਕਾਲ ਪੁਰਖ ਗੁਰੂ ਨਾਨਕ ਦੀ ਵਡਿਆਈ। ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜੀਏ। ਜਿਨ੍ਹਾਂ ਨੇ ਭਾਈ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਜ਼ਰੂਰ ਬਣੋ, ਆਪਦਾ ਮਨ ਬਣਾਓ, ਫੇਰ ਹੀ ਭਾਈ ਪਾਰ ਉਤਾਰਾ ਹੈ। ਸਤਿਗੁਰੂ ਜੀ ਕਿਰਪਾ ਮਿਹਰਾਮਦ ਕਰਨ। ਜਿੰਨੇ ਜੁੜੇ ਹੋ ਭਾਈ, ਸਫਲਾ ਸਮਾਂ ਜਿਹੜਾ ਸਫਲਾ ਹੈ, ਵਡਭਾਗੀ ਹੈ। ਇਸੇ ਪ੍ਰਕਾਰ ਹੀ ਜੁੜਿਆ ਕਰੋ, ਬੜਾ ਆਨੰਦ ਵੱਜਦਾ ਹੈ ਸੰਗਤ ਜੀ। ਗੁਰੂ ਦੀ ਵਿਚਾਰ ਹਿਰਦੇ 'ਚ ਪੈ ਜਾਂਦੀ ਹੈ। ਕੋਈ ਲੇਖਾ ਪਤਾ ਸਾਡਾ ਵੀ ਬਣ ਜਾਵੇਗਾ। ਐਵੇਂ ਕਾਲਾ ਮੂੰਹ ਕਰਕੇ ਕੀ ਜਾਣਾ ਸੰਸਾਰ ਤੋਂ। ਕੋਈ ਵੱਡੇ ਅਹੁਦੇ ਤੇ ਜਾਈਏ, ਜੇ ਜਾਣਾ ਹੈ ਉਹਦੇ ਭਗਤ ਬਣ ਕੇ ਜਾਈਏ। ਇਸ ਕਰਕੇ ਸਾਰਿਆਂ ਦਾ ਧੰਨਵਾਦ। ਕਥਾ ਵਿਚਾਰ ਕਰਦਿਆਂ, ਗੁਰਬਾਣੀ ਦਾ ਜਾਪ ਕਰਦਿਆਂ ਬੜੀਆਂ ਬੇਅੰਤ ਭੁੱਲਾਂ, ਤਰੁੱਟੀਆਂ, ਊਣਤਾਈਆਂ ਹੋ ਜਾਂਦੀਆਂ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸਤਿਕਾਰਯੋਗ ਸਾਧ ਸੰਗਤ ਬਖਸ਼ਣ ਯੋਗ ਹੈ। ਨਿਮਾਣੇ ਹਾਂ ਨਿਤਾਣੇ ਹਾਂ ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश, हे पूरन हे सर्ब मैं दुख भंजन गुण तास, हे संगी हे निरंकार, हे निर्गुण सब टेका, हे गोबिंद हे गुण निधान, जाकै सदा विवेका, हे अपरंपर हर हरे है पी हो बनहार, हे संत है कै सदा संग निधारा आधार, हे ठाकुर हौ दासरो मैं निर्गुण गुण नहीं कोय, नानक दीजै नाम दान राखो हिय परूए, आए प्रभ शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सो तरे पार, जो सरदा कर सेम दे गुर पार उतारन हार, कथा निता प्रत होत है सुनहो सो सिंह सुजाना, नानक गुरु गोबिंद सिंह जी करे सदा कल्याण, नानक गुरु गोबिंद सिंह जी करे सदा कल्याण। वाहिगुरु जी का खालसा वाहिगुरु जी की फतेह। तू ठाकुर तुम